ਇਹ ਜ਼ਬਰ ਸਾਡੀ ਪਾਰਟੀ ਦੇ ਉੱਤੇ ਲਗਾਤਾਰ ਹੁੰਦਾ ਆਇਆ, ਜਿਹੜਾ ਤੁਸੀਂ ਕਹਿੰਦੇ ਤੁਹਾਡੇ ਛਿੱਦੇ ਰਹਿ ਗਏ। ਭਾਜੀ ਇੰਨਾ ਜ਼ਬਰ ਸਿਹਾ ਇਸ ਪਾਰਟੀ ਨੇ, ਪ੍ਰਧਾਨ ਦੇ ਉੱਤੇ 100 ਤੋਂ ਉੱਤੇ ਕੇਸ ਪੈ ਚੁੱਕੇ ਹੈ। ਹਰੇਕ 6 ਮਹੀਨੇ ਜੇਲ੍ਹ, ਹਰੇਕ 6 ਮਹੀਨੇ ਜੇਲ੍ਹ। ਬਾਦਲ ਨੇ ਕੀਤਾ, ਅਮਰਿੰਦਰ ਨੇ ਕੀਤਾ, ਬੇਅੰਤ ਨੇ ਕੀਤਾ, ਬਰਾੜ ਨੇ ਕੀਤਾ, ਸਾਰਿਆਂ ਨੇ ਕੀਤਾ। ਸਾਡਾ ਜਿਹੜਾ ਬਰਗਾੜੀ 'ਚ ਮੋਰਚਾ ਸੀਗਾ ਉਹਦੇ ਵਿੱਚ ਸੁਮੇਧ ਸੈਣੀ, ਉਮਰਾਨ ਲੰਗਰ ਨੇ 2 ਨੌਜਵਾਨਾਂ ਕ੍ਰਿਸ਼ਨ ਭਗਵੰਤ ਸਿੰਘ ਤੇ ਉਹਨਾਂ ਦੇ ਸਾਥੀ ਨਾਲ ਉਹਨਾਂ ਨੂੰ ਗੋਲੀਆਂ ਨਾਲ ਮਾਰਤਾ। ਹੁਣ ਜੇ ਮੈਂ ਆਪਣੇ ਨੌਜਵਾਨਾਂ ਨੂੰ ਕਹਾਂ ਕਿ ਤੁਸੀਂ ਭਗਤ ਸਿੰਘ ਦਾ ਰਾਗ ਚੱਕੋ, ਫਿਰ ਉਹ ਪਿਸਤੌਲ ਲੈ ਕੇ ਉਮਰਾਨ ਲੰਗਰ ਤੇ ਸੁਮੇਧ ਸੈਣੀ ਨੂੰ ਜਾ ਕੇ ਠੋਕਦੇ, ਫਿਰ ਇਹ ਦੇਸ਼ ਕੀ ਕਹੂਗਾ? ਸਾਨੂੰ ਤਾਂ ਟੈਰਰਿਸਟ ਕਹੂਗਾ ਨਾ। ਫਿਰ ਸਾਨੂੰ ਕਹਿੰਦੇ ਆ ਕਿ ਭਗਤ ਸਿੰਘ ਨੂੰ ਮੰਨੋ। ਹੁਣ ਆਪ ਭਗਤ ਸਿੰਘ ਦੀ ਆਪਣੀ ਲਿਖੀ ਹੋਈ ਮੈਂ ਨਾਸਤਿਕ ਕਿਉਂ ਹਾਂ, ਇਹਨੇ ਆਪ ਲਿਖੀ ਹੈ, ਇੰਟਰਨੈਟ ਤੇ ਤੁਸੀਂ ਜਾ ਕੇ ਸਰਚ ਕਰ ਲਓ। ਐਸਜੀਪੀਸੀ ਨੂੰ ਬੇਨਤੀ ਕਰਕੇ ਆਏ ਹਾਂ ਕਿ ਦੱਸੋ ਕਿ ਕਿਸ ਸੋਚ ਨਾਲ ਅਸੀਂ ਇੱਕ ਨਾਸਤਿਕ ਨੂੰ ਹਰਿਮੰਦਰ ਸਾਹਿਬ 'ਚ ਪ੍ਰਮੋਟ ਕਰ ਰਹੇ ਹਾਂ। ਇਹ ਸੰਸਥਾ ਰੱਬ ਨੂੰ ਪ੍ਰਮੋਟ ਕਰਨ ਵਾਸਤੇ ਹੈ ਕਿ ਨਾਸਤਿਕਤਾ ਨੂੰ? ਜਿਹੜਾ ਆਪ ਕਹਿੰਦਾ ਮੈਂ ਰੱਬ ਨੂੰ ਕਬੂਲ ਹੀ ਨਹੀਂ ਕਰਦਾ, ਉਹ ਕੋਈ ਚੀਜ਼ ਹੀ ਨਹੀਂ ਹੈਗੀ। ਇਹ ਸਾਰੀਆਂ ਕੁਰਬਾਨੀਆਂ ਕਿਹਦੇ ਵਾਸਤੇ? ਪੰਚਮ ਪਿਤਾ ਤੱਤੇ ਤਵੇ ਤੇ ਕਿਉਂ ਬੈਠੇ? ਨੌਵੇਂ ਪਿਤਾ ਸੀਸ ਕਿਉਂ ਗਵਾ ਬੈਠੇ? ਸਰਬੰਸ ਦਾਨ ਕਿਉਂ ਕੀਤਾ ਦਸਮ ਪਿਤਾ ਨੇ? ਕਿ ਇੱਕ ਨਾਸਤਿਕ ਦੀ ਫੋਟੋ ਹਰੀ ਦੇ ਮੰਦਿਰ 'ਚ ਅਸੀਂ ਲਵਾਈਏ? ਨਾ ਇਹ ਹੈ ਕਿ ਵੀ ਇੱਕ ਨੈਰੇਟਿਵ ਕ੍ਰੀਏਟ ਕੀਤਾ ਗਿਆ, ਬਾਕੀ ਸ਼ਹੀਦਾਂ ਨੂੰ ਦਬਾ ਕੇ ਰੱਖਣ ਦੇ ਲਈ ਇੱਕ ਸ਼ਹੀਦ ਨੂੰ ਉੱਪਰ ਚੱਕ ਦਿੱਤਾ ਗਿਆ। ਜਿਹੋ ਜਿਹਾ ਸਿੱਖ ਭਗਤ ਸਿੰਘ ਹੈ ਜਿਹੜਾ ਰੱਬ ਦੀ ਕੋਈ ਪਰਵਾਹ ਨਹੀਂ ਕਰਦਾ, ਪਰ ਕਹਿੰਦਾ ਹੈ ਕਿ ਤੁਸੀਂ ਆਪ ਦੀ ਮਾਂ ਬੋਲੀ ਛੱਡ ਕੇ ਹਿੰਦੀ ਨੂੰ ਪ੍ਰਮਾਣ ਦਿਓ, ਕਿਉਂਕਿ ਹਿੰਦੀ ਸਾਰੇ ਕਿਤੇ ਬੋਲੀ ਜਾਊਗੀ। ਜਿਹੜਾ ਇੱਕ ਕਮਿਊਨਿਸਟ ਸਟੇਟ ਬਣਾਉਣਾ ਚਾਹੁੰਦਾ ਹੈਗਾ। ਹੁਣ ਕਮਿਊਨਿਜ਼ਮ ਜਿੱਥੇ ਤੱਕ ਵਰਕਰਾਂ ਦੇ ਹੱਕ ਦਿੰਦੀ ਹੈ ਠੀਕ ਹੈ, ਪਰ ਕਮਿਊਨਿਜ਼ਮ ਇੰਨੀ ਭਿਆਨਕ ਸਾਬਤ ਹੋਈ ਹੈ। 90 ਲੱਖ ਬੰਦਾ ਇਹਨਾਂ ਨੇ ਟੌਰਚਰ ਕਰਕੇ ਕੈਂਪਾਂ 'ਚ ਪਾ ਕੇ ਖਤਮ ਕਰਤਾ ਹੈ। ਭਗਤ ਸਿੰਘ ਦਾ ਰਾਜ ਵੱਖਰਾ ਸੀ ਤਾਂ ਉਸ ਨੂੰ ਉਸ ਤਰ੍ਹਾਂ ਦੀ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਸਕਦੀ, ਜਾਂ ਸਿਰਫ ਇਹ ਕੀ ਵੀ ਧਰਮ ਦੀ ਭਾਵਨਾ ਦੇ ਖਿਲਾਫ ਸੀ ਉਸ ਕਰਕੇ? ਮੈਂ ਅਰਦਾਸਾਂ ਕਰਦੇ, ਵਾਹਿਗੁਰੂ ਦਾ ਜਾਪ ਕਰਦੇ ਹਰਿਮੰਦਰ ਸਾਹਿਬ ਜਾਂਦਾ, ਮੱਥਾ ਟੇਕਦਾ, ਨਤਮਸਤਕ ਹੁੰਦਾ, ਉਹਨੂੰ ਸਮਰਪਿਤ ਹੁੰਦਾ। ਉੱਤੇ ਚੱਕ ਕੇ ਦੇਖਦਾ ਇੱਕ ਨਾਸਤਿਕ ਉੱਥੇ ਸਾਡੇ ਸਾਹਮਣੇ ਰੱਖਿਆ ਹੋਇਆ, ਜਿਹੜਾ ਕਹਿੰਦਾ ਹੈ ਹੀ ਨਹੀਂ ਕੁਛ, ਤੇਰੀ ਅਰਦਾਸ ਦਾ ਮਹਿਣਾ ਹੀ ਕੁਛ ਨਹੀਂ, ਰੱਬ ਹੈ ਹੀ ਨਹੀਂਗਾ। ਕਿਉਂ ਕਰਾਂ? ਪਿੱਛੇ ਤੁਸੀਂ ਸਟੇਟ ਨੂੰ ਮੰਨਦੇ ਹੋ ਕਿ ਸਟੇਟ ਜ਼ਿੰਮੇਵਾਰ ਹੈ, ਜਾਂ ਲਗਾਈ ਤਾਂ ਐਸਜੀਪੀਸੀ ਦੇ ਵੱਲੋਂ ਗਈ ਹੈ? ਯਾਰ ਨਾਸਤਿਕ ਨੂੰ ਰੱਬ ਦੇ ਘਰ 'ਚ ਪਤਾ ਨਹੀਂ, ਬਾਰ-ਬਾਰ ਇਹਦੇ ਸਵਾਲ ਕੀ ਹੈ? ਗੱਲ ਫਿਨਿਸ਼ ਹੈ। ਤੁਸੀਂ ਕਹਿ ਰਹੇ ਹੋ ਕਿ ਇਸ ਦੇ ਵਿੱਚ ਬਹੁਤ ਖਾਮੀਆਂ ਨੇ, ਕਿ ਇੱਥੇ ਗੁਰੂ ਘਰਾਂ ਦੀ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ, ਜਾਂ ਹੋਰ ਵੀ तमाम ਮਸਲੇ ਜਿਹੜੇ ਸਾਹਮਣੇ ਵੀ ਆਉਂਦੇ ਰਹੇ ਨੇ, ਤਾਂ ਤੁਹਾਡੀ ਵਿਜ਼ਨ ਕੀ ਹੈ ਸ਼੍ਰੋਮਣੀ ਕਮੇਟੀ ਨੂੰ ਲੈ ਕੇ? ਗੁਰੂ ਕੀ ਗੋਲਕ, ਗਰੀਬ ਕਾ ਮੂੰਹ। ਗੁਰੂ ਘਰ ਇੱਕ ਸੰਸਥਾ ਹੈ ਜਿਹੜੀ ਬਿਲਕੁਲ ਕਬਜ਼ੇ 'ਚ ਆਈ ਹੋਈ ਹੈ। ਸਾਡਾ ਤਾਂ ਕੋਈ ਪ੍ਰਚਾਰ ਦਾ ਚੈਨਲ ਹੀ ਨਹੀਂ ਹੈਗਾ। ਹਿੰਦੂਇਜ਼ਮ ਦੇ ਪ੍ਰਚਾਰ ਚੈਨਲ ਮਿਲ ਜਾਣਗੇ, ਕ੍ਰਿਸਚੀਅਨਿਟੀ ਦੇ ਮਿਲ ਜਾਣਗੇ। ਜਿਹੜੀ ਬਾਣੀ, ਗੁਰੂ ਕੀ ਬਾਣੀ, ਜਿਹੜੀ ਗੁਰੂ ਕੀ ਕੀਰਤਨ ਦਰਬਾਰ ਹੈ, ਉਹ ਸਾਰੇ ਪੀਟੀਸੀ ਦੇ ਕਬਜ਼ੇ 'ਚ ਹੈ। ਐਡਵਰਟਾਈਜ਼ਮੈਂਟ ਤੋਂ ਪੈਸਾ ਕਮਾਈ ਜਾਂਦੇ ਆ, ਬਾਦਲ ਧਨਾੜ ਹੋਈ ਜਾਂਦਾ ਹੈ। ਐਸਜੀਪੀਸੀ ਨੂੰ ਕਹਿ ਦਿਓ ਪ੍ਰਚਾਰ ਦੇ ਪੈਸੇ ਦੋ, ਕਹਿੰਦੇ ਸਾਡੇ ਕੋਲ ਤਾਂ ਹੈ ਹੀ ਨਹੀਂ, ਕੋਈ ਸਾਧਨ ਹੀ ਨਹੀਂ ਹੈਗੇ। ਇਹ ਕੀ ਨੌਨਸੈਂਸ ਹੈ? ਗੁਰੂ ਘਰ ਨੂੰ ਇਹੋ ਜਿਹੇ ਦੇ ਕਾਬਜ਼ ਕੀਤਾ ਹੋਇਆ ਜਿਹੜਾ ਕੋਈ ਕੰਮ ਹੀ ਨਹੀਂ ਕਰ ਰਿਹਾ ਹੈਗਾ। ਪਰ ਜ਼ਮੀਨੀ ਪੱਧਰ ਤੇ ਪਾਰਟੀ ਦਾ ਕੈਡਰ ਹੈ ਜਿਹੜਾ ਉਹ ਘੱਟ ਆ, ਅਤੇ ਜਿਹੜੀ ਜਥੇਬੰਦਕ ਢਾਂਚਾ ਹੈ ਉਹ ਕਿਵੇਂ ਦਾ, ਉਸ ਨੂੰ ਤੁਸੀਂ ਫਿਰ ਕਿਵੇਂ ਚਲਾਉਣਾ? ਜਿੱਦਣ ਅਸੀਂ ਮੋਰਚਾ ਲਾਤਾ ਉਸ ਦਿਨ ਰਾਤੋਂ ਰਾਤ ਸਾਨੂੰ ਫੜ ਲਿਆ, ਚੱਲ ਵੀ ਜੇ 6 ਮਹੀਨੇ 2 ਮਹੀਨੇ, ਉਹ ਵੀ ਬਿਲਕੁਲ ਪ੍ਰੀਵੈਂਟਿਵ ਕਸਟਡੀ 'ਚ, ਕੋਈ ਕੇਸ ਨਹੀਂ ਪਾਣੇ। ਪ੍ਰੀਵੈਂਟਿਵ ਕਸਟਡੀ ਸਾਡੀ ਆਰਥਿਕਤਾ ਤੋੜਤੀ, ਸਾਡੇ ਜਥੇਦਾਰਾਂ ਦੀ ਆਮਦਨਾਂ ਤੋੜਤੀਆਂ, 1-1 2-2 ਕਿੱਲੇ ਵਾਲਿਆਂ ਨੂੰ ਖਤਮ ਕਰਤਾ। ਤੁਸੀਂ ਕਿਹਾ ਕਿ ਜੋ ਕੁਝ ਹੋਇਆ ਹੁਣ ਪਾਰਟੀ ਮੁੜ ਤੋਂ ਖੜੀ ਹੋ ਰਹੀ ਹੈ, ਜੇ ਉਹੀ ਕੁਝ ਫਿਰ ਤੋਂ ਹੋਇਆ ਫਿਰ ਪਾਰਟੀ ਦਾ ਕੀ ਹੋਵੇਗਾ? ਅਸੀਂ ਤਾਂ ਵੀ ਚੜ੍ਹਦੀ ਕਲਾ 'ਚ ਹੋਵਾਂਗੇ। ਸਾਡੇ ਕੋਲੇ ਚੋਇਸ ਕੀ ਹੈ? ਗੁਰੂ ਸਾਹਿਬ ਸਰਬੰਸ ਦਾਨ ਕਰਕੇ ਕਹਿੰਦੇ ਮੈਂ ਚੜ੍ਹਦੀ ਕਲਾ 'ਚ, ਤੇ ਜੇ ਸਾਨੂੰ ਫੇਰ ਮਾਰਤਾ ਸੀ ਉੱਠ ਕੇ ਫੇਰ ਕਹਿਣਾ ਚੜ੍ਹਦੀ ਕਲਾ। ਜੇ ਅੱਜ ਇੱਥੇ ਸਿਰਫ ਤੇ ਸਿਰਫ ਗੱਲ ਭਗਤ ਸਿੰਘ ਜੀ ਦੀ ਹੁੰਦੀ ਹੈ ਜੋ ਨਾਸਤਿਕ ਹੈ, ਮੈਂ ਅਖੀਰ 'ਚ ਇੱਕ ਵਚਨ ਕਰਨਾ ਹੈ, ਜਿਹੜੇ ਰੱਬ ਨੂੰ ਮੰਨਦੇ ਆ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਪੰਜਾਬ KTV ਦੇਖ ਰਹੇ ਹੋ, ਤੁਹਾਡੇ ਸਾਰਿਆਂ ਦਾ ਸਵਾਗਤ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਇਆਂ ਨੂੰ 10 ਵਰ੍ਹਿਆਂ ਤੋਂ ਉੱਪਰ ਦਾ ਸਮਾਂ ਹੋ ਚੱਲਿਆ, ਪਰ ਇਹਨਾਂ 10 ਵਰ੍ਹਿਆਂ ਦੇ ਵਿੱਚ ਏਸ਼ੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਦੇ ਥੰਮ ਦੀਆਂ ਚੋਣਾਂ ਨਹੀਂ ਹੋਈਆਂ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲਗਾਤਾਰ ਇਹਨਾਂ ਚੋਣਾਂ ਨੂੰ ਕਰਵਾਉਣ ਦੀ ਮੰਗ ਕਰਦਾ ਆ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਐਸਜੀਪੀਸੀ ਉੱਤੇ ਕਾਬਜ਼ ਆ। ਤਾਂ ਅੱਜ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਅਤੇ ਭਗਤ ਸਿੰਘ ਦੇ ਮਾਮਲੇ ਦੇ ਵਿੱਚ ਉੱਠੇ ਉਥਾਨ ਦੇ ਸੰਬੰਧ ਦੇ ਵਿੱਚ ਵੀ ਗੱਲਬਾਤ ਕਰਨ ਦੇ ਲਈ ਸਿਮਰਜੀਤ ਸਿੰਘ ਮਾਨ ਦੇ ਸੁਪੁੱਤਰ ਸਰਦਾਰ ਇਮਾਨ ਸਿੰਘ ਮਾਨ ਸਾਡੇ ਨਾਲ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਮਾਨ ਸਾਹਿਬ ਤੁਹਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੰਬੇ ਸਮੇਂ ਤੋਂ ਜਮਹੂਰੀਅਤ ਦੀ ਬਹਾਲੀ ਸਿੱਖ ਕੌਮ ਦੇ ਵਿੱਚ ਕਰਨ ਦੇ ਲਈ ਤੁਸੀਂ ਜੰਗ ਛੇੜੀ ਹੋਈ ਹੈ ਜਾਂ ਜਿਹੜੀ ਮੁਹਿੰਮ ਹੈ ਆਰੰਭੀ ਹੋਈ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਹੋਣ। ਯਕੀਨਨ ਐਸਜੀਪੀਸੀ ਸਿੱਖਾਂ ਦੀ ਜਿਹੜੀ ਸਭ ਤੋਂ ਪੁਰਾਣੀ ਸੰਸਥਾ ਤਾਂ ਹੈ ਉਹ ਹੈ ਏਸ਼ੀਆ ਦੀ ਵੀ ਸਭ ਤੋਂ ਪੁਰਾਣੀ ਜਮਹੂਰੀਅਤ ਪਸੰਦ ਸੰਸਥਾ ਆ। ਪਰ 10 ਸਾਲ ਚੋਣਾਂ ਨਾ ਹੋਣੀਆਂ ਤੁਹਾਡੇ ਨਜ਼ਰੀਏ ਦੇ ਵਿੱਚ ਕਿਵੇਂ ਆ ਕਿ 10 ਸਾਲ ਐਸਜੀਪੀਸੀ ਦੀਆਂ ਚੋਣਾਂ ਨਹੀਂ ਹੋਈਆਂ ਤਾਂ ਕਿੱਧਰ ਨੂੰ ਜਾ ਰਿਹਾ ਐਸਜੀਪੀਸੀ? ਇੱਕ ਸੁਪਰੀਮ ਕੋਰਟ ਦੀ ਜਜਮੈਂਟ ਹੈ ਬਹੁਤ ਫੇਮਸ ਕੇਸਵਨੰਦ ਭਾਰਤੀ ਜੀ। ਉਹਦੇ ਵਿੱਚ ਸੁਪਰੀਮ ਕੋਰਟ ਬਿਆਨ ਕਰਦਾ ਹੈ ਕਿ ਡੈਮੋਕ੍ਰੇਸੀ ਇਜ਼ ਦ ਬੇਸਿਕ ਸਟਰਕਚਰ ਆਫ ਇੰਡੀਆ। ਇਲੈਕਸ਼ਨਸ ਆਰ ਦ ਬੇਸਿਕ ਸਟਰਕਚਰ ਆਫ ਡੈਮੋਕ੍ਰੇਸੀ। ਚੋਣਾਂ ਜੇ ਡੈਮੋਕ੍ਰੇਸੀ ਨੀਹਾਂ ਹੈ ਭਾਰਤ ਦੀਆਂ, ਚੋਣਾਂ ਉਹ ਨੀਹਾਂ ਦੀਆਂ ਨੀਹਾਂ ਹੈ। ਇੰਨੀ ਗੰਭੀਰਤਾ ਚੋਣਾਂ ਨੂੰ ਦਿੰਦਾ ਹੈ ਜੀ। ਜਿਹੜਾ ਭਾਰਤ ਸਾਡੇ ਚੋਣ ਨਹੀਂ ਕਰਾ ਰਿਹਾ ਉਹ ਸਾਡੀਆਂ ਨੀਹਾਂ ਭੰਨਣ ਤੇ ਆਇਆ ਹੋਇਆ ਹੈਗਾ। ਜਿਹੜੇ ਨੁਮਾਇੰਦੇ ਚੁਣੇ ਗਏ ਹੈ ਉਹ ਬਾਰ-ਬਾਰ ਮੁੜ ਉਹੀ ਅਹੁਦੇ ਸੰਭਾਲ ਰਹੇ ਆ। ਨਤੀਜੇ ਹੈ ਕਿ 328 ਸਰੂਪ ਗੁਰੂ ਸਾਹਿਬ ਦੇ ਗਾਇਬ ਹੈ ਜੀ। ਉਹਦੀ ਪੜਤਾਲ ਕਰਕੇ ਸਭ ਨੂੰ ਬਹਾਲ ਕਰਤਾ ਹੈਗਾ। ਅੱਜ ਕਿੱਥੇ ਗੁਰੂ ਸਾਹਿਬ ਵਿਰਾਜਮਾਨ ਹੈਗੇ ਆ ਕਿਸੇ ਨੂੰ ਨਹੀਂ ਪਤਾ ਹੈਗਾ ਜੀ। ਸੱਚੇ ਸਾਧ ਦੇ ਹਮਲੇ ਗੁਰੂ ਸਾਹਿਬ ਦੇ ਬਰਖਲਾਫ ਹੋਏ, ਅੰਗ ਪਾੜੇ ਸਾੜੇ ਗੰਦੀਆਂ ਨਾਲੀਆਂ 'ਚ ਸੁੱਟੇ, ਉਹਦਾ ਸਪਸ਼ਟ ਨਾਮ ਆਉਂਦਾ ਹੈ। ਇਹ ਐਸਜੀਪੀਸੀ ਨੇ 90 ਲੱਖ ਖਰਚ ਕੇ ਉਹਦੇ ਇਸ਼ਤਿਹਾਰ ਕਟਾ ਦੇ ਕੇ ਮਾਫ ਕਰੋ ਇਹਨੂੰ। ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਚੈਨਲ ਨਹੀਂ ਹੈਗਾ। ਪੀਟੀਸੀ ਸਾਰੇ ਉੱਥੇ ਪ੍ਰਸਾਰ ਦੇ ਹੱਕ ਮਾਠੀ ਬੈਠਾ ਹੈ। ਗੁਰਪੁਰਬ ਤੱਕ ਇੱਥੇ ਪ੍ਰਕਾਸ਼ ਸਿੰਘ ਬਾਦਲ ਦਾ ਹੈਪੀ ਬਰਥਡੇ ਮਨਾਉਣ ਤੇ ਉਹ ਚੈਨਲ ਚੱਲਿਆ ਹੋਇਆ ਹੈਗਾ। ਗੁਰਸਿੱਖੀ ਦਾ ਕੋਈ ਪ੍ਰਚਾਰ ਨਹੀਂ ਹੋ ਰਿਹਾ ਹੈਗਾ। ਗੁਰੂ ਕੀ ਗੋਲਕ ਗਰੀਬ ਕਾ ਮੂੰਹ। ਅੱਜ 10 ਕਰੋੜ ਰੁਪਈਆ ਸੁਖਬੀਰ ਬਾਦਲ ਦੇ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਉਹਨੂੰ ਆਡਿਟਰ ਰੱਖ ਕੇ ਜਿਹਦੇ ਵਿੱਚ 328 ਸਰੂਪ ਗਾਇਬ ਹੋਏ ਆ, ਕੋਈ ਚੈਕਿੰਗ ਨਹੀਂ ਕੀਤੀ, ਕੋਈ ਪੜਤਾਲ ਨਹੀਂ ਕੀਤੀ, ਕੱਖ ਨਹੀਂ ਕੀਤਾ। 10 ਕਰੋੜ ਉਹਨੂੰ ਤਨਖਾਹ ਦਿੱਤੀ ਗਈ ਹੈ। ਉਹਨੇ ਕੋਈ ਬੰਦੇ ਵੀ ਨਹੀਂ ਰੱਖੇ ਉੱਥੇ ਚੈੱਕ ਕਰਨ ਨੂੰ। ਇੰਨੀਆਂ ਕੁੜੈਤਾਂ ਹੋ ਰਹੀਆਂ, ਜ਼ਮੀਨਾਂ ਜਾਇਦਾਦਾਂ ਕਬਜ਼ੇ 'ਚ ਹੈਗੀਆਂ। ਸਭ ਕੁਝ ਖੁਰਦ-ਬੁਰਦ ਕਰਤਾ ਕਿਉਂਕਿ ਚੋਣ ਨਹੀਂ ਹੋ ਰਹੇ। ਅਸੀਂ ਆਪਣਾ ਘਰ ਨਹੀਂ ਸਾਫ਼ ਕਰ ਸਕਦੇ, ਸਗੋਂ ਸਾਨੂੰ ਮੁਜ਼ਾਹਰਿਆਂ ਤੇ ਜਾਣਾ ਪੈ ਰਿਹਾ, ਆਪਣੇ ਗੁਰੂ ਘਰ ਨੂੰ ਸਾਫ਼ ਕਰਨ ਵਾਸਤੇ ਜਦੋਜਹਿਦ ਕਰਨੀ ਪੈ ਰਹੀ ਹੈ। ਤੇ ਇਹਦੇ ਵਿੱਚ ਆਪਸੀਆਂ ਲੜਾਈਆਂ ਵੱਧ ਰਹੀਆਂ। ਜਿਹੜੀ ਚੀਜ਼ ਮਤਦਾਨ ਦੇ ਰਾਹੀਂ ਅਸੀਂ ਆਪਣੀ ਵੋਟ ਪਾ ਕੇ ਸਾਫ਼ ਕਰ ਸਕਦੇ ਸੀ, ਉਹ ਸਾਨੂੰ ਲੜ ਕੇ ਜਦੋਜਹਿਦ ਕਰਕੇ ਸਾਡੇ ਬੰਦੇ ਫਸਾ ਕੇ ਆਪਣੀਆਂ ਮੰਗਾਂ ਪੂਰੀਆਂ ਕਰਨੀਆਂ ਪੈਣੀਆਂ। ਸੋ ਇਹ ਸਾਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਸਿੱਖਾਂ ਦੇ ਵਿੱਚ ਨਾ ਜਿਵੇਂ ਦੇਖਿਆ ਕਿ ਜੋ ਸਿੱਖੀ ਸਿਧਾਂਤ ਨੇ ਉਹਨਾਂ ਦੇ ਅਨੁਸਾਰ ਇਲੈਕਸ਼ਨ ਦਾ ਜਿਹੜਾ ਪ੍ਰੋਸੀਜਰ ਹੈ ਉਹ ਜਿਹੜੀਆਂ ਐਸਜੀਪੀਸੀ ਜਦੋਂ ਹੋਣ ਦੇ ਵਿੱਚ ਆਈ ਉਦੋਂ ਕਾ ਆਇਆ। ਉਹ ਤੋਂ ਪਹਿਲਾਂ ਸਿਲੈਕਸ਼ਨ ਹੁੰਦੀ ਸੀ ਕਿ ਜਿਵੇਂ ਸਰਬੱਤ ਖਾਲਸੇ ਦਾ ਇਕੱਠ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਕੀਤਾ ਗਿਆ, ਜਾਂ ਪੰਜ ਪਿਆਰੇ ਜਾਂ ਕੌਮ ਥਾਪਦੀ ਸੀ ਕਿ ਵੀ ਸਾਡੇ ਆਗੂ ਆ ਹੋਣਗੇ, ਜਾਂ ਪੰਜ ਪਿਆਰੇ ਅੱਗੇ ਥਾਪਦੇ ਸੀ। ਪੰਜ ਪਿਆਰਿਆਂ ਦੀ ਚੋਣ ਵੀ ਕੌਮ ਦੇ ਵਿੱਚੋਂ ਕੀਤੀ ਜਾਂਦੀ ਸੀ। ਤਾਂ ਲੱਗਦਾ ਨਹੀਂ ਕਿ ਜਿਹੜੀ ਇਲੈਕਸ਼ਨ ਦਾ ਪ੍ਰੋਸੀਜਰ ਹੈ ਉਹ ਜਿਹੜੇ ਸਿਲੈਕਸ਼ਨ ਵਾਲਾ ਪ੍ਰੋਸੀਜਰ ਹੈ ਖਾਲਸੇ ਦਾ, ਖਾਲਸੇ ਪੰਜ ਜਿਹੜੀ ਇੱਕ ਨਿਰਾਲੀ ਜੇ ਗੱਲ ਹੈ ਉਹਦੇ ਉੱਤੇ ਇੱਕ ਮਾਰ ਪਾਉਂਦਾ ਸਿਲੈਕਸ਼ਨ ਦੇ ਉੱਤੇ। ਇਲੈਕਸ਼ਨ ਮੈਂ ਇਲੈਕਸ਼ਨ ਦੇ ਹੱਕ 'ਚ ਹਾਂ। ਮੈਂ ਹਰੇਕ ਗੁਰੂ ਕੇ ਸਿੱਖ ਦੇ ਮਤਦਾਨ ਦਾ ਦਾਨੀ ਹੋ ਕੇ ਜਿਹੜਾ ਬਣਦਾ ਉਹਦੇ ਪੱਖ 'ਚ ਹੈਗਾ ਜੀ। ਸੋ ਮੇਰੀ ਤਾਂ ਇਲੈਕਸ਼ਨ ਪ੍ਰਤੀ ਸੋਚ ਹੈ ਜਿਹੜੀ ਸਿੰਘ ਸਭਾ ਨੇ ਅਪਣਾਈ ਸੀ, ਜਿਸ ਕਰਕੇ 1925 ਦੇ ਵਿੱਚ ਐਕਟ ਬਣ ਕੇ ਸਾਨੂੰ ਇਹ ਪ੍ਰਕਿਰਿਆ ਇਹਨਾਂ ਨੇ ਦਿੱਤੀ ਸੀਗੀ। ਸੋ ਮੈਂ ਤਾਂ ਇਹਦੇ ਹੱਕ 'ਚ ਹਾਂ। ਮੈਂ ਸਿਲੈਕਸ਼ਨ ਦੇ ਗੁਣ ਅਵਗੁਣ ਬਾਰੇ ਮੈਂ ਟਿੱਪਣੀ ਨਹੀਂ ਕਰਦਾ ਹੈਗਾ, ਪਰ ਮੈਂ ਇਹ ਸਮਝਦਾ ਹੈਗਾ ਕਿ ਜਿਹੜੀ ਕੌਮ ਨੂੰ ਖਤਮ ਕਰਨਾ ਹੈ ਉਹਨਾਂ ਦੇ ਜੇ ਇਲੈਕਸ਼ਨ ਰੋਕ ਦੋ, ਉਹਨਾਂ ਦੀ ਇੱਕ ਆਪਣੇ ਆਪ 'ਚ ਘਰ 'ਚ ਤਬਦੀਲੀ ਜੋ ਸਮੇਂ ਦੇ ਨਾਲ ਆਉਣੀ ਹੈ ਉਹਨੂੰ ਰੋਕ ਦਿਓ। ਉਹਨਾਂ 'ਚ ਮਤਭੇਦ ਪਾ ਦਿਓ, ਉਹਨਾਂ 'ਚ ਲੜਾਈਆਂ ਪਾ ਦਿਓ, ਉਹਦੇ ਵਿੱਚ ਕਬਜ਼ੇ ਕਰਾ ਦਿਓ, ਕਰਪਸ਼ਨ ਲਿਆ ਦਿਓ, ਉਹਦੇ ਨਾਲ ਇੱਕ ਕੌਮ ਖਤਮ ਹੁੰਦੀ ਹੈ। ਔਰ ਭਾਰਤ ਇਹੀ ਕੰਮ ਕਰ ਰਿਹਾ। ਤਾਂ ਜਿਵੇਂ ਦਿੱਲੀ ਦੇ ਵਿੱਚ ਜੋ ਕੁਝ ਹੋਇਆ
ਤਾਂ ਜਿਹੜੀਆਂ ਧਿਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖਿਲਾਫ ਚੋਣਾਂ ਲੜਦੀਆਂ ਨੇ ਜਾਂ SGPC ਚੋਣਾਂ ਦੇ ਵਿੱਚ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ, ਉਹਦੇ ਵਿੱਚ ਜਿਹੜੀਆਂ ਧਿਰਾਂ ਬਾਦਲ ਦਲ ਦੇ ਖਿਲਾਫ ਹੁੰਦੀਆਂ ਨੇ, ਅਕਸਰ ਉਹ ਪਹਿਲਾਂ ਗੱਲਾਂ ਤਾਂ ਹੀ ਕਰਦੇ ਨੇ ਕਿ ਬਾਦਲ ਦਲ ਨੇ ਇਹ ਕਰਤਾ ਜੀ, ਬਾਦਲ ਦਲ ਨੇ ਉਹ ਕਰਤਾ। ਬਾਅਦ ਦੇ ਵਿੱਚ ਚੋਣਾਂ ਦੇ ਵਿੱਚ ਬਾਦਲ ਦਾ ਜਿੱਤ ਨਜ਼ਰ ਆਉਂਦਾ, ਜਿਵੇਂ ਦਿੱਲੀ ਦੇ ਵਿੱਚ ਹੋਇਆ, ਭਾਵੇਂ ਉਹ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ, ਪਰ ਜਿਹੜੀਆਂ ਧਿਰਾਂ ਬਾਦਲ ਦਲ ਦੇ ਖਿਲਾਫ ਲੜਦੀਆਂ ਨੇ, ਏਕਾ ਤਾਂ ਉਹਨਾਂ ਦੇ ਵਿੱਚ ਵੀ ਨਹੀਂ ਹੈਗਾ। ਤਾਂ ਤੁਸੀਂ ਉਹਨਾਂ ਦੇ ਨਾਲ ਰਾਬਤਾ ਕੀਤਾ ਜਾਂ ਤੁਹਾਡੇ ਵਿੱਚ ਉਹਨਾਂ ਦੇ ਦੂਜੇ ਧਿਰਾਂ ਜਿਹੜੀਆਂ ਬਾਦਲ ਦਲ ਦੇ ਖਿਲਾਫ ਨੇ ਨਾ, ਉਹ ਜਿਹੜੀਆਂ ਵੀ ਹੋਰ ਤਰ੍ਹਾਂ ਚੋਣਾਂ ਕਰਵਾਉਣਾ ਚਾਹੁੰਦੀਆਂ ਨੇ, ਉਹਨਾਂ ਦੇ ਨਾਲ ਤੁਹਾਡਾ ਏਕਾ ਕਿਵੇਂ ਦਾ ਹੈ? ਕੋਈ ਸੰਬੰਧ ਉਹਨਾਂ ਦੇ ਨਾਲ, ਜਾਂ ਇਹ ਹੈ ਕਿ ਵੀ ਆਪਸੀ ਜਿਹੜੀਆਂ ਫੁੱਟਾਂ ਨੇ ਉਹ ਪਈਆਂ ਹੋਈਆਂ ਨੇ? ਕੋਈ ਸਾਡਾ ਧਿਆਨ ਚੋਣਾਂ ਤੇ ਹੀ ਰਿਹਾ। ਅਸੀਂ ਹੁਣੇ ਵਿਧਾਨ ਸਭਾ ਦੀਆਂ ਚੋਣਾਂ ਚੋਂ ਨਿਕਲੇ ਆ, ਉਹਦੇ ਵਿੱਚ ਸਾਡੇ ਨੁਮਾਇੰਦਿਆਂ ਨੇ ਠੀਕ ਪ੍ਰਦਰਸ਼ਨੀ ਕੀਤੀ, ਪਹਿਲਾਂ ਨਾਲੋਂ ਜ਼ਿਆਦਾ ਵੋਟ ਪਈ ਹੈ। ਪ੍ਰਧਾਨ ਸਾਹਿਬ ਹੁਣ ਸੰਗਰੂਰ 'ਚ ਉਹਦੇ ਵਿੱਚ ਹਮਾਇਤ ਸਾਡੀ ਬਹੁਤ ਘੱਟ ਪਾਰਟੀਆਂ ਨੇ ਕੀਤੀ ਹੈ, ਉਹ ਲੜ ਕੇ ਆਏ ਹੈਗੇ ਆ। ਸੋ ਅਸੀਂ ਤਾਂ ਚੋਣਾਂ ਦੇ ਵਿੱਚ ਕੁੱਦਦੇ ਰਹਿੰਦੇ ਹਾਂ, ਤੁਰਦੇ ਰਹਿੰਦੇ ਹਾਂ। SGPC ਦੀ ਚੋਣ ਦੇ ਵਿੱਚ ਏਕਾ ਬਣਨਾ ਸਵਾਲ ਉਦੋਂ ਉੱਠਦਾ ਹੈ ਜਦ ਚੋਣ ਹੋਵੇ। ਜਿਹੜੀ ਸਾਡੀ ਹੁਣ ਦੀ ਜਦੋਜਹਿਦ ਹੈ, ਅਸੀਂ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਯੂਨਾਈਟਿਡ ਨੇਸ਼ਨ ਨੇ 15 ਸਤੰਬਰ ਰੱਖਿਆ। 18 ਸਤੰਬਰ 2011 ਦੇ ਵਿੱਚ ਪਿਛਲੇ ਚੋਣ ਹੋਏ ਸੀਗੇ, ਤਕਰੀਬਨ 11 ਸਾਲ ਹੋ ਜਾਣੇ ਆ। ਅਸੀਂ ਉਸ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਇੰਟਰਨੈਸ਼ਨਲ ਡੇ ਆਫ ਡੈਮੋਕ੍ਰੇਸੀ ਮਨਾ ਰਹੇ ਹਾਂ, ਜਿਹਦੇ ਵਿੱਚ ਅਸੀਂ ਹਰੇਕ ਗੁਰਸਿੱਖ ਨੂੰ ਬੇਨਤੀ ਕਰ ਰਹੇ ਹਾਂ ਕਿ ਨਾ ਕੋਰਟਾਂ ਦੇ ਵਿੱਚ ਸਾਨੂੰ ਇਨਸਾਫ ਮਿਲ ਰਿਹਾ ਚੋਣਾਂ ਦਾ, ਨਾ ਸਾਨੂੰ ਲੈਜਿਸਲੇਚਰਸ ਕੋਈ ਕੰਮ ਕਰਕੇ ਦੇ ਰਹੀਆਂ, ਨਾ ਐਗਜ਼ੈਕਟਿਵ ਕੰਮ ਕਰਕੇ ਦੇ ਰਿਹਾ। ਜਿੰਨੀ ਦੇਰ ਅਸੀਂ ਨਹੀਂ ਗੁਰੂ ਸਾਹਿਬ ਦੇ ਪੱਖ 'ਚ ਆਵਾਜ਼ ਉਠਾਉਂਦੇ, ਇਕੱਠ ਕਰਦੇ ਤੇ ਲੱਖਾਂ ਦੀ ਤਾਦਾਦ 'ਚ ਨਿਕਲਦੇ ਨਹੀਂ ਆਪਣੇ ਹੱਕਾਂ ਵਾਸਤੇ, ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਆ ਉਹਨੂੰ ਹੱਲ ਕਰਨ ਵਾਸਤੇ, 328 ਸਰੂਪ ਲੱਭਣ ਵਾਸਤੇ, ਆਪਣੇ ਗੁਰੂ ਘਰਾਂ 'ਚ ਸੁਧਾਰ ਲਿਆਉਣ ਵਾਸਤੇ, ਓਨੀ ਦੇਰ ਸੈਂਟਰ ਤਾਂ ਸਾਨੂੰ ਗਾਲ ਕੇ ਰਾਜੀ ਹੈ। ਤੁਹਾਡਾ ਲੋਕਤੰਤਰ ਦੇ ਵਿੱਚ ਯਕੀਨ ਹੈ ਕਿ ਭਾਰਤੀ ਲੋਕਤੰਤਰ ਦੀ ਬਣਤਰ ਦੇ ਵਿੱਚ ਯਕੀਨ ਹੈ ਤੁਹਾਡਾ? ਸਾਡੇ ਕੋਲੇ ਚੋਇਸ ਕੀ ਹੈ? ਇੱਕ ਸਮੇਂ ਤੇ ਅਸੀਂ ਹਥਿਆਰਬੰਦ ਸੰਘਰਸ਼ ਚੱਕਿਆ ਸੀਗਾ, ਉਹਦੇ ਵਿੱਚ ਕੁਛ ਹੱਦ ਤੱਕ ਕਹਿੰਦੇ ਆ ਕਿ ਪਾਕਿਸਤਾਨ ਨੇ ਹਮਾਇਤ ਕੀਤੀ ਹੈ, ਪਰ ਉਹ ਵੀ ਉਸੇ ਹੱਦ ਤੱਕ ਸਾਨੂੰ ਵਰਤਦਾ ਜਿੰਨੀ ਦੇਰ ਉਹਨੂੰ ਫਾਇਦਾ ਕੋਈ ਹੁੰਦਾ ਹੈਗਾ। ਸਾਡੇ ਪਿੱਛੇ ਸਾਡੇ ਘਰ ਘਰ 'ਚ ਤਾਂ ਪੁਲਿਸ ਵਾੜਤੀ, ਕੈਟ ਪਾਤੇ, ਸਾਨੂੰ ਮਾਰਤਾ, ਵੱਢਤਾ। ਅੱਜ ਮੈਂ ਨੌਜਵਾਨਾਂ ਨੂੰ ਕਿਵੇਂ ਕਹਿ ਸਕਦਾ ਕਿ ਤੁਸੀਂ ਹਥਿਆਰਬੰਦ ਲੜਾਈ ਲੜੋ ਜਦ ਮੈਂ ਉਹਨਾਂ ਦੀ ਕੋਈ ਸਪੋਰਟ ਹੀ ਨਹੀਂ ਕਰ ਸਕਦਾ ਹੈਗਾ? ਫੜੇ ਜਾਂਦੇ ਆ, ਅੰਦਰ ਦਿੱਤੇ ਜਾਂਦੇ ਆ, ਇਲਜ਼ਾਮ ਲੱਗ ਜਾਂਦੇ ਆ। ਆਹ ਜਿਹੜਾ ਮੋਬਾਈਲ ਫੋਨ ਦਾ ਜ਼ਮਾਨਾ, ਇਸ 'ਚ ਸਭ ਕੁਝ ਟਰੇਸ ਹੋਈ ਜਾਂਦਾ ਹੈਗਾ। ਸਾਡੇ ਕੋਲੇ ਹੋਰ ਕੋਈ ਰਾਹ ਨਹੀਂ ਹੈਗਾ, ਅਸੀਂ ਜਮਹੂਰੀਅਤ ਦੇ ਰਾਹ ਤੇ ਤੁਰ ਰਹੇ ਹਾਂ। ਸਾਨੂੰ ਕਾਣਾ ਕੀਤਾ ਹੋਇਆ ਜਮਹੂਰੀਅਤ ਖੁਸਾਤੀ ਹੈਗੀ ਹੈ ਸਾਡੀ। ਜਦ ਸਾਡੀ ਸਰਕਾਰ ਬਣਨੀ ਸੀ 1992 'ਚ, ਉਦੋਂ ਇਲੈਕਸ਼ਨ ਰੱਦ ਕਰਤੇ। ਸੋ ਸਾਡੇ ਉੱਤੇ ਹਮੇਸ਼ਾ ਇਹੋ ਜਿਹਾ ਖੇਲ ਬਣਦਾ ਰਿਹਾ, ਪਰ ਸਾਡੇ ਕੋਲੇ ਕੋਈ ਚੋਇਸ ਨਹੀਂ, ਸਾਡੀ ਮਜਬੂਰੀ ਹੈ, ਅਸੀਂ ਗੁਲਾਮ ਹੈ। ਖਾੜਕੂ ਲਹਿਰ ਪੰਜਾਬ ਦੇ ਵਿੱਚ ਚੱਲੀ, ਉਸ ਦੀ ਹਮਾਇਤ ਕਰਦੇ ਹੋ ਕਿ ਉਹ ਸਹੀ ਸੀ ਉਸ ਵੇਲੇ ਦੀ? ਉਸ ਵੇਲੇ ਦੀ ਭਾਜੀ ਸਾਡਾ ਕੋਈ ਸਪੋਰਟ ਸਟਰਕਚਰ ਹੀ ਨਹੀਂ ਸੀ, ਅਸੀਂ ਕਿੱਥੇ ਉਹਨਾਂ ਨੂੰ ਹਮਾਇਤ ਦੇ ਸਕਦੇ? ਜੇ ਸੰਘਰਸ਼ ਉਹਨਾਂ ਨੇ ਲੜਨਾ ਸੀ, ਕਿਹੜੇ ਘਰ 'ਚ ਉਹ ਰਹਿ ਸਕਦੇ ਸੀਗੇ? ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਵੀ ਉਜਾੜਤਾ। ਇੰਨਾ ਜ਼ਿਆਦਾ ਜ਼ਬਰ ਹੋਇਆ ਹੈ ਕਿ ਲੋਕੀ ਤਾਂ ਇੰਨੇ ਜ਼ਿਆਦਾ ਟੌਰਚਰ ਕੀਤੇ ਗਏ ਕਿ ਉਸ ਸੰਘਰਸ਼ ਨੂੰ ਤਾਂ ਇਹਨਾਂ ਨੇ ਬਿਲਕੁਲ ਖੁਰਦ-ਬੁਰਦ ਕਰਤਾ। ਜੇ ਅਸੀਂ ਕੋਈ ਕਿਸੇ ਨੂੰ ਮੈਂ ਕਹਾਂ ਕਿ ਭਾਈ ਤੂੰ ਹਥਿਆਰਬੰਦ ਜੰਗ ਲੜ, ਘੱਟੋ ਘੱਟ ਉਹਦਾ ਕੋਈ ਸਪੋਰਟ ਤਾਂ ਹੋਣੀ ਚਾਹੀਦੀ ਹੈ ਨਾ ਜੀ। ਅਸੀਂ ਹੁਣ ਕਿਵੇਂ ਕਰਾਂਗੇ? ਸਾਰਾ ਕੁਝ ਟਰੇਸ ਹੋ ਜਾਂਦਾ, ਸਭ ਕੁਝ ਹੁੰਦਾ ਹੈਗਾ, ਇਹਨਾਂ ਨੂੰ ਕੋਈ ਰਾਹ ਨਹੀਂ ਹੈਗਾ। ਸੋ ਅਸੀਂ ਤਾਂ ਸ਼ੁਰੂ ਤੋਂ ਅਮਨ ਪਸੰਦ, ਜਮਹੂਰੀਅਤ ਪਸੰਦ ਤਰੀਕੇ ਨਾਲ ਸਿੱਖ ਕੌਮ ਦੀਆਂ ਗੱਲਾਂ ਲੈ ਕੇ ਆ ਰਹੇ ਹਾਂ। ਸਿੱਖ ਕੌਮ ਦੇ ਕੋਲ ਫਿਰ ਰਾਹ ਕੀ ਹੈ ਕਿ ਪੀੜਤ ਵੀ ਸਿੱਖ ਕੌਮ ਹੈ, ਉਸ ਤੋਂ ਬਾਅਦ ਫਿਰ ਦੋਸ਼ੀ ਵੀ ਸਿੱਖ ਕੌਮ ਨੂੰ ਬਣਾਇਆ ਜਾਂਦਾ, ਫਿਰ ਰਾਹ ਕੀ ਬਚਦਾ ਸਿੱਖਾਂ ਦੇ ਕੋਲ? ਕਿਉਂ? ਚੜ੍ਹਦੀ ਕਲਾ 'ਚ ਰਹੋ, ਲੱਗੇ ਰਹੋ, ਲੱਗੇ ਰਹੋ, ਲੱਗੇ ਰਹੋ। ਅਸੀਂ ਇਹੀ ਰਾਹ ਤੇ ਤੁਰੀ ਜਾਣਾ ਹੈਗਾ ਤੇ ਆਪਾਂ ਨੂੰ ਅੱਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਕਿਤੇ ਨਾ ਕਿਤੇ ਰਾਹ ਮਿਲੂਗਾ। ਕਿਉਂ ਨਹੀਂ ਮਿਲੂਗਾ? ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਮਿਲਿਆ, ਦੇਖੋ ਹੁਣ ਇੰਨੇ ਸਾਲਾਂ ਬਾਅਦ ਪ੍ਰਧਾਨ ਨੂੰ ਜਿਤਾਤਾ ਸੰਗਰੂਰ ਨੇ, ਬਹੁਤ ਵੱਡੀ ਉਹਨਾਂ ਨੇ ਦੇਣ ਦਿੱਤੀ ਹੈ। ਜਿਵੇਂ ਸੰਗਰੂਰ ਦੇ ਵਿੱਚ ਜਿਹੜਾ ਮਾਹੌਲ ਵੋਟਾਂ ਤੋਂ ਪਹਿਲਾਂ ਸੀ ਤੇ ਹੁਣ ਜਿਹੜਾ ਮਾਹੌਲ ਹੈ, ਤੁਹਾਨੂੰ ਕੋਈ ਫਰਕ ਨਜ਼ਰ ਆਉਂਦਾ ਕਿ ਜੋ ਭਗਤ ਸਿੰਘ ਦੇ ਉੱਤੇ ਜੋ ਬਿਆਨਬਾਜ਼ੀ ਹੋਈ ਹੈ ਕਿ ਉਸ ਦੇ ਨਾਲ ਪਾਰਟੀ ਨੂੰ ਵੋਟ ਬੈਂਕ ਨੂੰ ਕੋਈ ਫਾਇਦਾ ਹੋਇਆ ਜਾਂ ਵੋਟ ਬੈਂਕ ਨੁਕਸਾਨਿਆ ਗਿਆ? ਮੇਰਾ ਖਿਆਲ ਇਹਦੇ ਵਿੱਚ
ਬਹੁਤ ਸਾਰੇ ਜਿਹੜੇ ਭਗਤ ਸਿੰਘ ਜੀ ਬਾਰੇ ਇਮੋਸ਼ਨਲੀ ਜੁੜੇ ਹੋਏ ਸੀਗੇ ਉਹਨਾਂ ਦੇ ਮਨ ਤੇ ਗੱਲ ਲੱਗੀ ਹੈਗੀ ਹੈ। ਪਰ ਜੇ ਅਸੀਂ ਲੌਜਿਕ ਨਾਲ ਸਮਝਾਈਏ ਕਿ ਸਾਡਾ ਇਤਿਹਾਸ ਆਜ਼ਾਦੀ ਦਾ ਉਹ ਹੈ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ 200 ਤੇ ਉੱਤੇ ਜਥੇ ਸਿੰਘਾਂ ਨੇ ਜਥੇ ਤੇ ਜਾ ਕੇ ਆਪਣੇ ਰੱਬ ਦਾ ਨਾਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਨਨਕਾਣਾ ਸਾਹਿਬ ਜਾ ਕੇ ਪ੍ਰਕਾਸ਼ ਕੀਤੇ ਗੁਰੂ ਸਾਹਿਬ। ਫਿਰ ਨਰੈਣੂ ਮਹੰਤ ਨੇ ਆਪਣੇ ਗੁੰਡੇ ਭੇਜ ਕੇ ਉਹਨਾਂ ਨੂੰ ਵੱਢ ਕੇ 200 ਤੇ ਉੱਤੇ ਲਾਸ਼ਾਂ ਉੱਥੇ ਵੱਢ ਕੇ ਸੁੱਟੀਆਂ ਲੱਕੜਾਂ ਦੇ ਉੱਤੇ ਤੇ ਫੂਕਤਾ ਪੁਲਿਸ ਦੇ ਆਉਣ ਤੋਂ ਪਹਿਲਾਂ। ਉਹ ਕੁਰਬਾਨੀ ਜਿਹੜੀ ਹੈ ਉਹਦੇ ਨਤੀਜੇ ਅੱਗੇ ਜਾ ਕੇ ਆਪਾਂ ਦੇਖੇ ਆ ਕਿ ਸਾਡਾ ਸਿੱਖ ਗੁਰਦੁਆਰਾ ਐਕਟ ਨਿਕਲਿਆ, ਚਾਬੀਆਂ ਦਾ ਮੋਰਚਾ ਜਿੱਤਿਆ। ਉਹ ਸੰਘਰਸ਼ ਇੱਕ ਇਹੋ ਜਿਹਾ ਸੀ ਕਿ ਜਿਹੜਾ ਰੱਬ 'ਚ ਭਰੋਸਾ ਰੱਖ ਕੇ ਮੂੰਹ ਤੇ ਜਾਪ ਵਾਹਿਗੁਰੂ ਦਾ ਨਾਮ ਲੈ ਕੇ ਜਥੇ ਤੇ ਜਥੇ ਆਪਣੀਆਂ ਕੁਰਬਾਨੀਆਂ ਦੇ ਗਏ। ਉਹਨਾਂ ਨੇ ਇੱਕ ਮਿਸਾਲ ਖੜੀ ਕਰਤੀ ਕਿ ਕਿਵੇਂ ਇੱਕ ਸ਼ਾਂਤਮਈ ਰੂਪ 'ਚ ਦ੍ਰਿੜਤਾ ਨਾਲ ਕੁਰਬਾਨੀ ਨਾਲ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਮੋਹਨਦਾਸ ਕਰਮਚੰਦ ਗਾਂਧੀ ਨੇ ਆ ਕੇ ਨਨਕਾਣਾ ਸਾਹਿਬ ਬਚਨ ਕੀਤਾ ਸੀਗਾ ਕਿ ਆਜ਼ਾਦੀ ਦੀ ਸਭ ਤੋਂ ਪਹਿਲੀ ਲੜਾਈ ਜਿੱਤੀ ਗਈ ਹੈ ਜਦ ਨਨਕਾਣਾ ਸਾਹਿਬ ਦੇ ਵਿੱਚ ਅਸੀਂ ਫਤਿਹ ਪਾਈ। ਸੋ ਇਹ ਜਿਹੜਾ ਰਾਹ ਸਾਨੂੰ ਦਿੱਤਾ ਹੋਇਆ ਹੈ ਸਾਡੇ ਇਤਿਹਾਸ ਨੇ, ਉਹ ਇੱਕ ਬਹੁਤ ਮਹਾਨ ਹੈ। ਉਹਦੀ ਸੰਸਥਾ ਜਿਹੜੀ SGPC ਬਣੀ ਹੈ ਉਹਨੂੰ ਇਸ ਸਟੇਟ ਨੇ ਇੰਨਾ ਖੁਰਦ-ਬੁਰਦ ਕਰਤਾ ਹੈਗਾ ਕਿ 1947 ਤੋਂ ਬਾਅਦ 52 'ਚ ਪਹਿਲਾ ਚੋਣ ਲੋਕ ਸਭਾ ਦਾ ਹੋਇਆ। ਹੁਣ ਬਾਈ ਇਲੈਕਸ਼ਨ 'ਚ ਵਿੱਚ ਸਰ ਸਿਮਰਨਜੀਤ ਸਿੰਘ ਮਾਨ 17ਵੇਂ ਹਾਊਸ 'ਚ ਜੇਤੂ ਹੋਏ ਹੈ ਜੀ। ਪਰ SGPC ਦੇ ਅੱਜ ਤੱਕ ਸਿਰਫ 8 ਚੋਣ ਹੋਏ ਹੈ ਆਜ਼ਾਦੀ ਤੋਂ ਬਾਅਦ। ਇਹਦਾ ਮਤਲਬ ਸਾਡੇ ਇਲੈਕਸ਼ਨ ਇਹਨਾਂ ਨੇ ਖੁਰਦ ਕਰਕੇ ਸਾਡੀ ਸੰਸਥਾ ਭੰਗ ਕਰਨ ਦੀ ਪੂਰੀ ਕੋਸ਼ਿਸ਼ ਹੈ ਕਿ ਖਤਮ ਕੀਤਾ ਜਾਏ। ਸਿੱਖ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਜਾਂ ਸਿੱਖ ਜਿਹੜੇ ਚਿੰਤਕ ਵੀ ਨੇ ਉਹ ਵੀ ਅਕਸਰ ਕਹਿੰਦੇ ਨੇ ਕਿ ਸਾਡੀ ਹਸਤੀ ਹੈ ਜਿਹੜੀ ਉਹ ਦੇਸ਼ਾਂ ਤੋਂ ਉੱਪਰ ਹੈ, ਕਿ ਅਸੀਂ ਕਿਸੇ ਇੱਕ ਦੇਸ਼ ਦੇ ਮੁੱਦੇ ਹੀ ਨਹੀਂ ਹੈਗੇ, ਕਿ ਇੱਕ ਦੇਸ਼ ਦੇ ਵਿੱਚ ਸਾਨੂੰ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਪਰ ਦੂਸਰੇ ਪਾਸੇ ਜੋ SGPC ਦੀਆਂ ਚੋਣਾਂ ਨੇ ਉਹ ਹੁੰਦੀਆਂ ਭਾਰਤੀ ਸਟਰਕਚਰ ਦੇ ਅਧੀਨ ਤਾਂ ਹੋਣਗੀਆਂ ਹੀ ਹੋਣਗੀਆਂ, ਪਰ ਭਾਰਤੀ ਸਟਰਕਚਰ ਉਹਨਾਂ ਉੱਤੇ ਹਾਵੀ ਵੀ ਬਹੁਤ ਜ਼ਿਆਦਾ ਹੈ। ਜਿਹੜੀ ਪ੍ਰਣਾਲੀ ਹੈ ਉਹ ਭਾਰਤੀ ਸਟਰਕਚਰ ਦੀ ਜਿਹੜੀ ਸਹਿਮਤੀ ਦੇ ਨਾਲ ਅੱਗੇ ਨਿਕਲਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਪ੍ਰਣਾਲੀ ਆਜ਼ਾਦ ਹੋਣੀ ਚਾਹੀਦੀ ਹੈ, ਸਿੱਖਾਂ ਦੀ ਆਪਣੀ ਸੰਸਥਾ ਹੋਣੀ ਚਾਹੀਦੀ, ਆਪਣਾ ਚੋਣ ਕਮਿਸ਼ਨ ਹੋਣਾ ਚਾਹੀਦਾ? ਬਿਲਕੁਲ ਸਹੀ ਰਾਹ ਤੇ ਅਸੀਂ ਇਹਦੀ ਮੰਗ ਕਰਦੇ ਹਾਂ, ਇਸ ਬੋਲਦੇ ਰਹੇ ਹਾਂ, ਅਸੀਂ ਕਾਨਫਰੰਸਾਂ ਕੀਤੀਆਂ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਿੱਖੀ ਆਪਣੇ ਵਜਨ ਦੇ ਉੱਤੇ ਖੜੇ। ਹਜੇ ਤੱਕ ਅਸੀਂ ਅਸਫਲ ਰਹੇ ਹਾਂ, ਪਰ ਜਿਵੇਂ ਕੁਦਰਤ ਨੇ ਮਹਾਰਾਜ ਨੇ ਇੱਕ ਮੌਕਾ ਦਿੱਤਾ ਹੈ, ਕੀ ਪਤਾ ਆਪਾਂ ਇਸ ਤੇ ਵੀ ਕੁਝ ਤਬਦੀਲੀ ਲਿਆ ਸਕੀਏ। ਇਸ ਆਸ 'ਚ ਅਸੀਂ ਹੁਣ ਜਦੋਜਹਿਦ ਕਰ ਰਹੇ ਹਾਂ। ਜਿੰਨੀ ਦੇਰ ਅਸੀਂ ਭਾਰਤ ਨੂੰ ਇਕੱਠ ਕਰਕੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਅਧੀਨ ਖੜ ਕੇ ਨਹੀਂ ਦਿਖਾਉਂਦੇ, ਅਸੀਂ ਚੋਣਾਂ ਦੀ ਮੰਗ ਇੱਕ ਜਨਤਕ ਤੌਰ ਤੇ ਉਭਾਰਦੇ ਨਹੀਂ, ਉਨੀ ਦੇਰ ਇਹ ਸਰਕਾਰਾਂ ਹਿਲਦੀਆਂ ਨਹੀਂ। 100 ਕੇਸ ਲਾ ਦਿਓ। ਮੈਂ ਖੁਦ ਦੇਖਿਆ, ਰਾਮ ਜੇਠਮਲਾਨੀ ਸਾਹਿਬ ਸਾਡੇ ਵਕੀਲ ਹੁੰਦੇ ਸੀ ਜਦ ਪ੍ਰਧਾਨ ਸਾਹਿਬ ਜੇਲ੍ਹ 'ਚ ਸੀ ਭਾਗਲਪੁਰ, ਬੜੀ ਵਧੀਆ ਉਹਨਾਂ ਨੇ ਸਪੀਚਾਂ ਕਰਨੀਆਂ। ਸਾਨੂੰ ਲੱਗਦਾ ਸੀ ਲਓ ਜੀ ਸੁਪਰੀਮ ਕੋਰਟ ਨੇ ਛਡਾ ਦੇਣਾ ਹੈ, ਹਾਈ ਕੋਰਟ ਨੇ ਛਡਾ ਦੇਣਾ ਹੈ, ਫਲਾਣੇ ਕੋਰਟ ਨੇ ਛਡਾ ਦੇਣਾ, ਗੱਲਾਂ ਹੀ ਬਹੁਤ ਵਧੀਆ ਹੋ ਗਈਆਂ ਉੱਥੇ। ਪਰ ਭਾਰਤ ਹਿੱਲਿਆ ਨਹੀਂ। ਜਿਸ ਦਿਨ 8 ਲੱਖ ਵੋਟ ਪੈ ਗਈ ਉਸ ਦਿਨ ਅਗਲੇ ਦਿਨ ਪ੍ਰਧਾਨ ਨੂੰ ਰਿਹਾ ਕਰਤਾ ਹੈਗਾ। ਗੱਲ ਇਹ ਹੈ ਕਿ ਚੋਣ ਉਨੀ ਦੇਰ ਨਹੀਂ ਹੋਣੇ ਜਿੰਨੀ ਦੇਰ ਸੰਗਤ ਆਪ ਉੱਠ ਕੇ ਇਹਦਾ ਆਪਣੇ ਹੱਕ ਤੇ ਪਹਿਰਾ ਨਹੀਂ ਦਿੰਦੀ ਹੈਗੀ। ਇਹ ਡਰਦਾ ਹੀ ਉਦੋਂ ਹੈ ਜਦ ਸੰਗਤ ਤੁਰ ਪਏ। ਸੋ 15 ਸਤੰਬਰ ਨੂੰ ਜੇ ਸਾਡਾ 10,000 ਦਾ ਇਕੱਠ ਹੋ ਗਿਆ, 20 ਦਾ ਹੋ ਗਿਆ, ਫੇਲ ਆ ਕੰਮ। ਜਿੰਨੀ ਦੇਰ ਲੱਖਾਂ ਦੀ ਤਾਦਾਦ 'ਚ ਸੰਗਤ ਨਹੀਂ ਆਉਂਦੀ ਤੇ ਬਿਲਕੁਲ ਸੈਂਟਰ ਨੂੰ ਅੱਖ ਨਾਲ ਅੱਖ ਮਿਲਾ ਕੇ ਨਹੀਂ ਕਹਿੰਦੀ ਕਿ ਸਾਨੂੰ ਸਾਡੀ ਜਮਹੂਰੀਅਤ ਬਹਾਲ ਕਰਕੇ ਦੇ, ਉਨੀ ਦੇਰ ਇਹ ਹਿਲਦੇ ਨਹੀਂ ਹੈਗੇ। ਸੈਂਟਰ ਦੇ ਨਾਲ ਕੀ ਲੱਗਦਾ ਕਿ ਕਦੇ ਤੁਹਾਡਾ ਜਾਂ ਹੋਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਾਂ ਜਿਹੜੇ ਸਿੱਖ ਤੁਹਾਡੀ ਸੋਚ ਦੇ ਨਾਲ ਸਹਿਮਤੀ ਰੱਖਦੇ ਨੇ, ਕਿ ਕਦੇ ਕੋਈ ਟੇਬਲ ਟਾਕ ਹੋ ਪਾਊਗੀ ਭਵਿੱਖ ਦੇ ਵਿੱਚ? ਕਦੇ ਇਹਨਾਂ ਗੱਲਾਂ ਦੀ ਸਹਿਮਤੀ ਬਣ ਸਕੂਗੀ ਕਿ ਤੁਸੀਂ ਕੀ ਚਾਹੁੰਦੇ ਹੋ, ਅਸੀਂ ਕੀ ਚਾਹੁੰਦੇ ਹਾਂ, ਜਾਂ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਸਾਂਝੀਵਾਲਤਾ ਦੀ ਮਿਲ ਕੇ ਰਹੀ ਹੈ, ਜਾਂ ਪੰਜਾਬ ਜਿਹੜਾ ਤਣਾਅ ਦੇ ਮਾਹੌਲ ਦੇ ਵਿੱਚੋਂ ਲੰਘ ਰਿਹਾ, ਇੱਥੇ ਕਦੇ ਸ਼ਾਂਤੀ ਬਣ ਸਕੂਗੀ ਸੈਂਟਰ ਦੇ ਨਾਲ ਗੱਲਬਾਤ ਕਰਕੇ? ਬਿਲਕੁਲ ਬਣ ਸਕਦੀ ਹੈਗੀ ਹੈ ਜਦ ਸੈਂਟਰ ਗੱਲ ਕਰੇ। ਹਜੇ ਤੱਕ ਸੰਗਤਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੂੰ ਉਸ ਪੱਧਰ ਤੇ ਚੱਕਿਆ ਹੈਗਾ, ਵੋਟਾਂ ਪਾ ਕੇ ਉਹਨੂੰ ਸਾਰਾ ਕੁਝ ਹੀ ਦਿੱਤਾ। SGPC ਸੈਂਟਰ ਪੰਜਾਬ ਸਰਕਾਰ ਉਸ ਇਹੋ ਜਿਹੇ ਮੌਕੇ 'ਚ ਸਾਡੀ ਗੱਲ ਨਹੀਂ ਚੱਲਣੀ। ਫਿਰ ਅਮਰਿੰਦਰ ਸਿੰਘ ਨੂੰ ਸਭ ਕੁਝ ਦੇਤਾ ਹੈਗਾ SGPC ਤੋਂ ਬਿਨਾ, ਸੈਂਟਰ ਤੇ ਇੱਧਰ ਸਰਕਾਰ ਦੇਤੀ, ਫਿਰ ਉਹਦੇ ਨਾਲ ਗੱਲ ਕਰਨਗੇ। ਜੇ ਸਾਡੇ ਪੱਖ 'ਚ ਇਹ ਗੱਲ ਹੁੰਦੀ ਹੈ ਫਿਰ ਅਸੀਂ ਉਸ ਸਥਿਤੀ 'ਚ ਹੋਵਾਂਗੇ, ਅਸੀਂ ਗੱਲ ਕਰੀਏ। ਉਹਦੇ ਨਤੀਜੇ ਕੀ ਹੈਗੇ ਆ ਕੀ ਨਹੀਂ ਹੈਗੇ
ਉਹ ਅਸੀਂ ਆਪਣਾ ਪਿਛਲਾ ਇਤਿਹਾਸ ਦੇਖ ਕੇ ਕਿਸ ਤਰੀਕੇ ਨਾਲ ਕਰਨਾ ਹੈ, ਕਿਵੇਂ ਕਹਿਣਾ ਹੈ। ਅਸੀਂ ਅਮਰਿੰਦਰ ਸਿੰਘ ਤੋਂ ਵੀ ਅੰਮ੍ਰਿਤਸਰ ਐਲਾਨਨਾਮੇ ਤੇ ਦਸਤਖਤ ਕਰਾਏ ਹੋਏ ਹੈ। ਬਾਦਲ ਤੋਂ ਖਾਲਿਸਤਾਨ ਦੀ ਮੰਗ UN 'ਚ ਪਾਈ ਹੋਈ ਹੈ, ਟੌੜਾ ਸਾਹਿਬ ਤੋਂ ਪਾਈ ਹੋਈ ਹੈ। ਸੋ ਅਸੀਂ ਅੱਗੇ ਜਿਹੋ ਜੀ ਸਾਡੇ ਕੋਲੇ ਤਾਕਤ ਹੋਗੀ ਉਸ ਹਿਸਾਬ ਨਾਲ ਗੱਲ ਕਰਾਂਗੇ। ਕਿਹਾ ਕਿ ਵੋਟਾਂ ਦੀ ਤਾਕਤ ਦੇ ਨਾਲ ਹੀ ਖੜਿਆ ਰਿਹਾ ਜਾ ਸਕਦਾ, ਲੋਕਾਂ ਦੀ ਤਾਕਤ ਦੇ ਨਾਲ ਲੋਕਤੰਤਰ ਦੇ ਵਿੱਚ। ਪਰ 23 ਸਾਲਾਂ ਦੇ ਬਾਅਦ ਮੁੜ ਤੋਂ ਸਿਮਰਜੀਤ ਸਿੰਘ ਮਾਨ ਹੋਰੀ ਜਿੱਤੇ ਨੇ, ਸੰਸਦ ਦੇ ਵਿੱਚ ਪਹੁੰਚੇ ਨੇ, ਬੜਾ ਲੰਬਾ ਸਮਾਂ ਰਿਹਾ। ਤਾਂ ਲੱਗਦਾ ਨਹੀਂ ਕਿ ਅਕਸਰ ਸਿਆਸਤ ਦੇ ਵਿੱਚ ਇਹ ਹੁੰਦਾ ਹੈ ਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਚੁੱਪੀ ਵੱਟ ਲਈ ਜਾਂਦੀ ਹੈ ਆਪਣੀ ਵੋਟਾਂ ਦੀ ਖਾਤਰ, ਕਿ ਭਗਤ ਸਿੰਘ ਦੇ ਮਾਮਲੇ ਉੱਤੇ ਜੇ ਕੁਝ ਜਲਦਬਾਜ਼ੀ ਕੀਤੀ ਗਈ ਹੈ ਜਾਂ ਜੋ ਤੁਹਾਡੀ ਸੋਚ ਸੀ ਜੇ ਉਸ ਨੂੰ ਉਜਾਗਰ ਨਾ ਕੀਤਾ ਜਾਂਦਾ ਤਾਂ ਵੋਟ ਬੈਂਕ ਨਾ ਟੁੱਟਦਾ, ਜਾਂ ਕਿੰਨਾ ਕੁ ਜ਼ਰੂਰੀ ਸੀ ਤੁਹਾਡੇ ਲਈ ਇਹ? ਮੈਨੂੰ ਨਹੀਂ ਪਤਾ ਕਿੰਨਾ ਟੁੱਟਿਆ ਕਿੰਨਾ ਨਹੀਂ ਟੁੱਟਿਆ ਹੈਗਾ, ਪਰ ਮੈਨੂੰ ਇਹ ਪਤਾ ਹੈਗਾ ਕਿ ਜਿਹੜਾ ਸਿੱਖੀ ਦਾ ਯੋਗਦਾਨ ਇਸ ਦੇਸ਼ ਪ੍ਰਤੀ ਹੈ, ਉਹਦੇ ਵਿੱਚ ਜਿਹੜਾ ਇੱਕ ਸਿੰਘ ਸਭਾ ਲਹਿਰ ਨੇ ਆਜ਼ਾਦੀ ਦੇ ਪੱਖ 'ਚ ਇੱਕ ਰੈਵੋਲੂਸ਼ਨ ਲੈ ਕੇ ਆਏ ਸੀ, ਇੱਕ ਰਾਹ ਦਿਖਾਇਆ ਸੀ ਕਿਵੇਂ ਕੁਰਬਾਨੀ ਤਹਿਤ ਤੁਸੀਂ ਆਪਣੇ ਹੱਕਾਂ ਦੇ ਉੱਤੇ ਪਹਿਰਾ ਦੇ ਸਕਦੇ ਹੋ, ਆਪਦੀਆਂ ਮੰਗਾਂ ਅੰਗਰੇਜ਼ਾਂ ਤੋਂ ਲੈ ਸਕਦੇ ਹੋ, ਸਿੱਖ ਗੁਰਦੁਆਰਾ ਐਕਟ ਬਣਵਾ ਸਕਦੇ ਹੋ, ਆਪਣੇ ਗੁਰੂ ਘਰ ਆਜ਼ਾਦ ਕਰ ਸਕਦੇ ਹੈਗੇ ਹੋ। ਉਹਨਾਂ ਨੇ ਕੁਰਬਾਨੀ ਤਹਿਤ ਇਹ ਕੰਮ ਕੀਤਾ ਸੀਗਾ। ਅੱਜ ਇਹ ਦੇਸ਼ ਉਹਨੂੰ ਸਿਆਣਦਾ ਹੀ ਨਹੀਂ, ਕਿਤੇ ਨਹੀਂ ਤੁਹਾਨੂੰ ਦਿਖੂਗਾ ਕਿ ਸਿੰਘ ਸਭਾ ਲਹਿਰ ਤਹਿਤ ਨੌਜਵਾਨਾਂ ਬਜ਼ੁਰਗਾਂ ਨੇ ਜਾ ਕੇ ਨਨਕਾਣਾ ਸਾਹਿਬ ਆਜ਼ਾਦ ਕੀਤੇ, ਗੁਰਦੁਆਰਾ ਐਕਟ ਬਣਵਾਇਆ। ਆਪਾਂ ਨੂੰ ਭਗਤ ਸਿੰਘ ਜੀ ਹੋਰਾਂ ਦੀ ਮਿਸਾਲ ਦਿੱਤੀ ਜਾਂਦੀ ਹੈ। ਹੁਣ ਸਰ ਭਗਤ ਸਿੰਘ ਨੇ ਜਿਹੜੇ ਕੰਮ ਕੀਤੇ ਹੈ, ਜੇ ਅੱਜ ਦੇ ਦਿਨ 'ਚ ਮੈਂ ਦੇਖਾਂ ਜਿੱਥੇ ਲਾਲਾ ਲਾਜਪਤ ਰਾਏ ਦੇ ਉੱਤੇ ਲਾਠੀ ਚਾਰਜ ਹੋਇਆ, ਉਹਨਾਂ ਨੇ ਸਕਾਟ ਦਾ ਉੱਤੇ ਦੋਸ਼ ਲਾਇਆ, ਮਾਰਤਾ ਕੋਈ ਹੋਰ ਬੰਦਾ, ਜਦ ਕਿ ਲਾਲਾ ਲਾਜਪਤ ਰਾਏ ਹਸਪਤਾਲ 'ਚ 6 ਦਿਨ ਬਾਅਦ ਸਵਰਗਵਾਸ ਹੋਏ ਹੈ। ਹੁਣ ਸਾਡਾ ਜਿਹੜਾ ਬਰਗਾੜੀ 'ਚ ਮੋਰਚਾ ਸੀਗਾ, ਉਹਦੇ ਵਿੱਚ ਸੁਮੇਧ ਸੈਣੀ ਉਮਰਾਂ ਨੰਗਲ ਨੇ 2 ਨੌਜਵਾਨਾਂ ਕ੍ਰਿਸ਼ਨ ਭਗਵੰਤ ਸਿੰਘ ਤੇ ਉਹਨਾਂ ਦੇ ਸਾਥੀ ਨਾਲ ਉਹਨਾਂ ਨੂੰ ਗੋਲੀਆਂ ਨਾਲ ਮਾਰਤਾ। ਹੁਣ ਜੇ ਮੈਂ ਆਪਣੇ ਨੌਜਵਾਨਾਂ ਨੂੰ ਕਹਾਂ ਕਿ ਤੁਸੀਂ ਭਗਤ ਸਿੰਘ ਦਾ ਰਾਹ ਚੱਕੋ, ਫਿਰ ਉਹ ਪਿਸਤੌਲ ਲੈ ਕੇ ਉਮਰਾਂ ਨੰਗਲ ਤੇ ਸੁਮੇਧ ਸੈਣੀ ਨੂੰ ਜਾ ਕੇ ਠੋਕ ਦੇਣ, ਫਿਰ ਇਹ ਦੇਸ਼ ਕੀ ਕਹੂਗਾ? ਸਾਨੂੰ ਤਾਂ ਟੈਰਰਿਸਟ ਕਹੂਗਾ ਨਾ, ਸਾਨੂੰ ਟੈਰਰਿਸਟ ਕਹੂਗਾ। ਮੈਨੂੰ ਕਹਿੰਦੇ ਆ ਕਿ ਭਗਤ ਸਿੰਘ ਨੂੰ ਤੁਸੀਂ ਕਬੂਲ ਕਰੋ। ਸਾਡੀ ਜਮਹੂਰੀਅਤ 11 ਸਾਲ ਹੋ ਗਏ ਬਿਲਕੁਲ ਰੱਦ ਕੀਤੀ ਹੋਈ ਹੈ। ਜੇ ਮੈਂ ਭਗਤ ਸਿੰਘ ਜੀ ਵਾਂਗੂ ਜਾ ਕੇ ਲੋਕ ਸਭਾ 'ਚ ਬੰਬ ਸੁੱਟਿਆ ਮਾਂ ਕਿ ਸਾਡੀ ਜਮਹੂਰੀਅਤ ਬਹਾਲ ਕਰੋ, ਮੈਨੂੰ ਕੀ ਕਹੂਗਾ? ਟੈਰਰਿਸਟ ਕਹੂਗਾ। ਫਿਰ ਸਾਨੂੰ ਕਹਿੰਦੇ ਆ ਕਿ ਭਗਤ ਸਿੰਘ ਨੂੰ ਮੰਨੋ। ਹੁਣ ਆਹ ਭਗਤ ਸਿੰਘ ਦੀ ਆਪਣੀ ਲਿਖੀ ਹੋਈ ਮੈਂ ਨਾਸਤਿਕ ਕਿਉਂ ਹਾਂ, ਇਹ ਇਹਨੇ ਆਪ ਲਿਖੀ ਹੈ, ਇੰਟਰਨੈਟ ਤੇ ਤੁਸੀਂ ਜਾ ਕੇ ਸਰਚ ਕਰ ਲਓ, ਉੱਥੇ ਤੁਹਾਨੂੰ ਮਿਲ ਜੂਗੀ। ਭਗਤ ਸਿੰਘ ਜੀ ਇੱਕ ਕਮਿਊਨਿਸਟ ਰੈਵੋਲੂਸ਼ਨਰੀ ਅਨਾਰਕਿਸਟ ਆਪ ਕਹਿ ਕੇ ਸੀਗੇ। ਉਹ ਕਹਿੰਦੇ ਆ ਆਪਣੇ ਲਫ਼ਜ਼ਾਂ 'ਚ, ਛੋਟੀ ਉਮਰ 'ਚ ਕਹਿੰਦੇ ਆ, ਪਰ ਤਾਂ ਵੀ ਮੈਂ ਸਿੱਖੀ ਦੇ ਮਿਥਿਹਾਸ ਜਾਂ ਸਿਧਾਂਤ ਜਾਂ ਕਿਸੇ ਹੋਰ ਧਰਮ ਵਿੱਚ ਵਿਸ਼ਵਾਸ ਨਾ ਕਰ ਸਕਿਆ। ਸਿੱਖੀ ਨੂੰ ਇਹ ਮੰਨਦੇ ਨਹੀਂ ਸੀ। ਆਪਣੀ ਕਮਿਊਨਿਸਟ ਆਈਡੀਓਲੋਜੀ ਨੂੰ ਦੱਖ ਕੇ ਕਿ ਰੱਬ ਨੇ ਇਹ ਨਹੀਂ ਕੀਤਾ, ਰੱਬ ਨੇ ਉਹ ਨਹੀਂ ਕੀਤਾ, ਕਿਵੇਂ ਮੈਂ ਮੰਨਾਂ? ਅਖੀਰ 'ਚ ਬਿਆਨ ਕਰਦੇ ਆ, ਅਖੀਰਲਾ ਪੈਰਾ ਉਹਨਾਂ ਦਾ। ਮੇਰੇ ਕਿਸੇ ਦੋਸਤ ਨੇ ਮੈਨੂੰ ਅਰਦਾਸ ਕਰਨ ਲਈ ਕਿਹਾ ਸੀ, ਮੇਰਾ ਖਿਆਲ ਭਾਈ ਰਣਧੀਰ ਸਿੰਘ ਦੀ ਗੱਲ ਕਰ ਰਹੇ ਹੋਣੇ ਆ। ਜਦ ਮੈਂ ਉਸ ਨੂੰ ਦੱਸਿਆ ਕਿ ਮੈਂ ਤਾਂ ਨਾਸਤਿਕ ਹਾਂ, ਤਾਂ ਉਹ ਕਹਿਣ ਲੱਗਿਆ, ਦੇਖੀ ਆਪਣੇ ਅਖੀਰਲੇ ਦਿਨਾਂ 'ਚ ਰੱਬ ਨੂੰ ਮੰਨਣ ਲੱਗ ਜਾਏਗਾ। ਮੈਂ ਅੱਗੇ ਕਿਹਾ, ਨਹੀਂ ਪਿਆਰੇ ਜਨਾਬ ਜੀ, ਇਸ ਤਰ੍ਹਾਂ ਹਰਗਿਜ਼ ਨਹੀਂ ਹੋਣ ਲੱਗਾ। ਇਸ ਕਰਨਾ ਮੇਰੇ ਲਈ ਬੜੀ ਘਟੀਆ ਤੇ ਬੇਇੱਜ਼ਤੀ ਵਾਲੀ ਗੱਲ ਹੋਵੇਗੀ। ਖੁਦਗਰਜ਼ੀ ਵਾਸਤੇ ਮੈਂ ਅਰਦਾਸ ਨਹੀਂ ਕਰਨੀ। ਪਾਠਕੋ ਤੇ ਦੋਸਤੋ, ਕੀ ਇਹ ਹੋਮੇ ਹੈ? ਜੇ ਇਹ ਹੈ ਤਾਂ ਮੈਂ ਇਸ ਲਈ ਦ੍ਰਿੜ ਹਾਂ। ਉਹਨਾਂ ਨੇ ਕਦੀ ਰੱਬ ਨੂੰ ਨਹੀਂ ਕਬੂਲ ਕੀਤਾ, ਮਰਦੇ ਦਮ ਤਾਈਂ। ਔਰ ਹੁਣ ਭਗਤ ਸਿੰਘ ਜੀ ਦੀ ਫੋਟੋ SGPC ਨੇ ਲਾਈ ਹੋਈ ਹੈ। ਜਿਹੜਾ ਹਰੀ ਕਾ ਮੰਦਿਰ 12ਵੀਂ ਸਦੀ ਦੇ ਸ਼ੇਖ ਫਰੀਦ ਜੀ ਦੇ ਪੰਜਾਬੀ ਦੇ ਵਚਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਿਹੜਾ ਮਕਸਦ ਹੈ ਰੱਬ ਨੂੰ, ਮਨੁੱਖ ਨੂੰ ਰੱਬ ਨਾਲ ਜੋੜਨਾ। ਭਗਤ ਰਵਿਦਾਸ ਮਹਾਰਾਜ ਦਾ
ਸਿੱਧਾ ਰੱਬ ਨਾਲ ਜੋੜਨ ਦਾ ਮਕਸਦ ਹੈ। ਭਗਤ ਕਬੀਰ ਜੀ ਦਾ, ਗੁਰੂ ਨਾਨਕ ਸਾਹਿਬ ਦਾ, ਪੰਚਮ ਪਿਤਾ ਨੇ ਤੱਤੇ ਤਵੇ ਤੇ ਬੈਠ ਕੇ ਸ਼ਹਾਦਤਾਂ ਕਿਹਦੇ ਨਾਂ ਤੇ ਲਿੱਤੀਆਂ? ਰੱਬ ਦੇ ਨਾਂ ਤੇ, ਰੱਬ ਨੂੰ ਕਬੂਲ ਕਰਦਿਆਂ ਹੋਇਆਂ। ਨੌਵੇਂ ਪਿਤਾ ਨੇ ਸੀਸ ਗਵਾਇਆ ਰੱਬ ਦੇ ਪੱਖ 'ਚ, ਮਨੁੱਖਤਾ ਦੇ ਹੱਕ ਤੇ। ਦਸਮ ਪਿਤਾ ਨੇ ਸਰਬੰਸ ਦਾਨਤਾ ਰੱਬ ਨੂੰ ਮੰਨਦਿਆਂ ਹੋਇਆਂ। ਜਿਹੜੀ ਜਗ੍ਹਾ ਹਰੀ ਦਾ ਮੰਦਿਰ ਹੈ, ਰੱਬ ਦਾ ਮੰਦਿਰ ਹੈ, ਉੱਥੇ ਇਹੋ ਜੀ ਨਾਸਤਿਕ ਸੋਚ ਦੀ ਫੋਟੋ, ਜਿਹੜਾ ਆਪ ਕਹਿੰਦਾ ਮੈਂ ਰੱਬ ਨੂੰ ਕਬੂਲ ਹੀ ਨਹੀਂ ਕਰਦਾ, ਉਹ ਕੋਈ ਚੀਜ਼ ਹੀ ਨਹੀਂ ਹੈਗੀ। ਮੈਨੂੰ ਦੱਸੋ, ਉੱਥੇ ਫੋਟੋਆਂ ਲਾ ਦੇਣੀਆਂ ਨਾਸਤਿਕ ਬੰਦੇ ਦੀਆਂ। ਜਦ ਮੈਂ ਆਪਣੇ ਘਰੋਂ ਨਿਕਲਦਾ ਕਿ ਮੈਂ ਹਰਿਮੰਦਰ ਦੇ ਦਰਸ਼ਨ ਕਰਕੇ ਆਵਾਂ, ਮੈਂ ਆਪਣੇ ਮਨ 'ਚ ਅਰਦਾਸ ਕਰਦਾ, ਮੈਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਉੱਥੇ ਪਹੁੰਚਦਾ, ਗੁਰੂ ਸਾਹਿਬ ਨੂੰ ਨਤਮਸਤਕ ਹੁੰਦਾ, ਮੱਥਾ ਟੇਕਦਾ, ਤੇ ਜਾ ਕੇ ਫਿਰ ਮੈਂ ਉੱਤੇ ਆਇਆ ਦੇਖਾਂ ਤੇ ਅੱਗੇ ਮੈਨੂੰ ਕਹਿਣ ਕਿ ਮੈਂ ਨਾਸਤਿਕ ਹਾਂ, ਤੇ ਉਹ ਉੱਥੇ ਟੰਗਿਆ ਹੋਏ ਦੀਵਾਰਾਂ ਤੇ ਮੈਂ ਕੀ ਸੋਚਾਂ? ਇਹ ਸਾਰੀਆਂ ਕੁਰਬਾਨੀਆਂ ਕਿਹਦੇ ਵਾਸਤੇ? ਪੰਚਮ ਪਿਤਾ ਤੱਤੇ ਤਵੇ ਤੇ ਕਿਉਂ ਬੈਠੇ? ਨੌਵੇਂ ਪਿਤਾ ਸੀਸ ਕਿਉਂ ਗਵਾ ਬੈਠੇ? ਸਰਬੰਸ ਦਾਨ ਕਿਉਂ ਕੀਤਾ ਦਸਮ ਪਿਤਾ ਨੇ? ਕਿ ਇੱਕ ਨਾਸਤਿਕ ਦੀ ਫੋਟੋ ਹਰੀ ਦੇ ਮੰਦਿਰ 'ਚ ਅਸੀਂ ਲਵਾਈਏ? ਇਹ ਇੱਕ ਇੰਡੀਅਨ ਸਟੇਟ ਦੀ ਸੋਚ ਹੈ। ਤੁਸੀਂ ਸਿੰਘ ਸਭਾ ਲਹਿਰ, ਗੁਰਸਿੱਖੀ, ਗੁਰੂ ਦੇ ਕੁਰਬਾਨੀਆਂ ਨੂੰ ਨਾ ਮੰਨੋ। ਤੁਸੀਂ ਜਿਹੋ ਜਿਹਾ ਸਿੱਖ ਭਗਤ ਸਿੰਘ ਹੈ, ਜਿਹੜਾ ਰੱਬ ਦੀ ਕੋਈ ਪਰਵਾਹ ਨਹੀਂ ਕਰਦਾ, ਪਰ ਕਹਿੰਦਾ ਹੈ ਕਿ ਤੁਸੀਂ ਆਪ ਦੀ ਮਾਂ ਬੋਲੀ ਛੱਡ ਕੇ ਹਿੰਦੀ ਨੂੰ ਪ੍ਰਮਾਣ ਦਿਓ, ਕਿਉਂਕਿ ਹਿੰਦੀ ਸਾਰੇ ਕਿਤੇ ਬੋਲੀ ਜਾਊਗੀ। ਜਿਹੜਾ ਇੱਕ ਕਮਿਊਨਿਸਟ ਸਟੇਟ ਬਣਾਉਣਾ ਚਾਹੁੰਦਾ ਹੈਗਾ। ਹੁਣ ਕਮਿਊਨਿਜ਼ਮ ਜਿੱਥੇ ਤੱਕ ਵਰਕਰਾਂ ਦੇ ਹੱਕ ਦਿੰਦੀ ਹੈ, ਠੀਕ ਹੈ, ਪਰ ਕਮਿਊਨਿਜ਼ਮ ਇੰਨੀ ਭਿਆਨਕ ਸਾਬਤ ਹੋਈ ਹੈ। 90 ਲੱਖ ਬੰਦਾ ਇਹਨਾਂ ਨੇ ਟੌਰਚਰ ਕਰਕੇ ਕੈਂਪਾਂ 'ਚ ਪਾ ਕੇ ਖਤਮ ਕਰਤਾ ਹੈ। ਅੱਜ ਵੀ ਚਾਈਨਾ ਦਾ ਸਟੇਟ, ਜਿਹੜੀ ਉਈਗਰ ਮਾਈਨੋਰਿਟੀ ਹੈਗੀ ਹੈ ਤਜਿਕਿਸਤਾਨ, ਉਜ਼ਬੇਕਿਸਤਾਨ ਦੇ ਵਿੱਚ, ਉਹਨਾਂ ਨੂੰ ਚਾਈਨੀਜ਼ ਹਾਨ 'ਚ ਕਨਵਰਟ ਕਰ ਰਹੀ ਹੈ, ਉਹਨਾਂ ਦੀ ਜ਼ਬਾਨ ਤਬਦੀਲ ਕਰ ਰਹੀ ਹੈ। ਮੈਨੂੰ ਇਹ ਲੱਗਦਾ ਕਿ ਕਮਿਊਨਿਜ਼ਮ ਬੰਦੇ ਦੇ ਅੰਦਰੋਂ ਦਇਆ ਅਤੇ ਧਰਮ ਦੀ ਭਾਵਨਾ ਜੋ ਨਹੀਂ, ਮੈਂ ਨਹੀਂ ਇਹ ਕਿਹਾ, ਇਹ ਨਹੀਂ, ਇਹ ਮੈਂ ਕਹਿ ਰਿਹਾ ਕਮਿਊਨਿਜ਼ਮ ਬਰਾਬਰਤਾ ਚਾਹੁੰਦੀ ਹੈ। ਜੇ ਹਿੰਦੀ ਪ੍ਰਮੁੱਖ ਹੈ, ਉਹ ਸਾਰਿਆਂ ਨੂੰ ਹਿੰਦੀ ਬੁਲਾਉਣਾ ਚਾਹੁੰਦੀ ਹੈ, ਇੱਕ ਪੱਧਰ ਤੇ ਖੜਾ ਕਰਨਾ ਚਾਹੁੰਦੀ ਹੈ। ਉਹਦੇ ਵਿੱਚ ਮਾਂ ਬੋਲੀਆਂ ਦਾ ਕੋਈ ਮਾਇਨਾ ਨਹੀਂ। ਜਦ USSR ਰਸ਼ੀਅਨ ਲੈਂਗੁਏਜ ਪ੍ਰਫੁੱਲਿਤ ਹੋਈ ਸੀਗੀ, ਜਿਹੜਾ ਯੂਕਰੇਨ 'ਚ ਮਾਈਨੋਰਿਟੀ ਰਸ਼ੀਅਨ ਬੈਠੀ ਹੈ, ਉੱਥੇ ਵਾੜੀ ਗਈ ਸੀ, ਉਹਨਾਂ ਦੀ ਜ਼ਬਾਨ ਖਤਮ ਕਰਤੀ, ਉਹਨਾਂ ਦੇ ਚਰਚ ਖਤਮ ਕਰਤੇ। ਜਿਸ ਤਰ੍ਹਾਂ ਉਸਤਨੋਵ ਮੈਂਬਰ ਇੰਦਰਾ ਗਾਂਧੀ ਨੂੰ ਕਰ ਰਹੇ ਸੀ, ਸਾਡਾ ਸੱਭਿਆਚਾਰ, ਸਾਡਾ ਇਤਿਹਾਸ, ਸਾਡਾ ਸਭ ਕੁਝ ਖਤਮ ਕਰਨਾ ਚਾਹੁੰਦੇ ਆ। ਸਾਨੂੰ ਸਟੇਟ ਦੇ ਕੀੜੇ ਬਣਾਉਣਾ ਚਾਹੁੰਦੇ ਆ, ਜਿਹੜੇ ਸਟੇਟ 'ਚ ਸਰ ਭਗਤ ਸਿੰਘ ਵਰਗੇ ਹੀ ਮੂਰੇ ਆ ਸਕਦੇ ਆ। ਇਹ ਹੈ ਕਿ ਵੀ ਇੱਕ ਨੈਰੇਟਿਵ ਕ੍ਰੀਏਟ ਕੀਤਾ ਗਿਆ, ਬਾਕੀ ਸ਼ਹੀਦਾਂ ਨੂੰ ਦਬਾ ਕੇ ਰੱਖਣ ਦੇ ਲਈ ਇੱਕ ਸ਼ਹੀਦ ਨੂੰ ਉੱਪਰ ਚੱਕ ਦਿੱਤਾ ਗਿਆ, ਜੋ ਭਾਰਤ ਲਈ ਕੁਰਬਾਨੀ ਹੋਈਆਂ। ਜਦ ਤੁਸੀਂ ਬਹੁਤ ਹੌਲੀ ਗੱਲ ਕਰ ਰਹੇ ਹੋ। ਇੱਕ ਨਾਸਤਿਕ ਨੂੰ ਗੁਰੂ ਸਾਹਿਬ ਦੇ ਮੰਦਿਰ ਦੇ ਵਿੱਚ, ਰੱਬ ਦੇ ਮੰਦਿਰ ਦੇ ਵਿੱਚ ਸਾਨੂੰ ਮਨਾਉਣ ਲਈ ਮਜਬੂਰ ਕੀਤਾ ਜਾ ਰਿਹਾ। ਇਹਦੀ ਫੋਟੋ ਇੱਥੇ ਲੱਗੂਗੀ। ਜੇ ਤੁਸੀਂ ਕਹਿੰਦੇ ਹੋ ਕਿ ਨਾਸਤਿਕ ਹੈ ਤਾਂ ਵੀ ਲੱਗੂਗੀ। ਇਹਨੂੰ ਹਟਾਣਾ ਨਹੀਂ ਹੈਗਾ, ਇਹਨੂੰ ਹੀ ਸਿੱਖ ਮੰਨਣ। ਮਾਂ ਬੋਲੀ ਜਿਹੜੀ ਭਗਤ ਫਰੀਦ ਜੀ ਨੇ ਸਾਨੂੰ ਪੰਜਾਬੀ 'ਚ ਬਾਣੀ ਦਿੱਤੀ, ਜਿਹੜੀ ਲਿਪੀ ਸਾਨੂੰ ਗੁਰਮੁਖੀ ਦੀ ਗੁਰੂ ਅੰਗਦ ਸਾਹਿਬ ਨੇ ਬਖਸ਼ੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਬੋਲੀ ਹੈ ਪੰਜਾਬੀ, ਉਹ ਨਹੀਂ ਲਾਗੂ ਹੋਣੀ। ਉਦਮ ਸਿੰਘ ਆਪਣੇ ਭਗਤ ਸਿੰਘ ਕਹਿੰਦਾ ਹੈਗਾ ਕਿ ਹਿੰਦੀ ਲਾਗੂ ਕਰੋ। ਪਰਮਾਨ ਸਾਹਿਬ, ਇੱਕ ਗੱਲ ਦੇਖਣ ਨੂੰ ਆਉਂਦੀ ਹੈ ਕਿ ਸਿੱਖੀ ਦਾ ਹਿਰਦਾ ਬੜਾ ਵਿਸ਼ਾਲ ਹੈ। ਉਹ ਇੱਕ ਵਾਰ ਹਾਂ ਦਾ ਨਾਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਨੂੰ ਰਹਿੰਦੀ ਦੁਨੀਆ ਤੱਕ ਸਤਿਕਾਰ ਦੇ ਰਹੀ ਹੈ, ਜਾਂ ਸਿੱਖੀ ਬਾਬੇ ਨਾਨਕ ਦੇ ਜਿਹੜੇ ਸੁਪੁੱਤਰ ਸਨ, ਭਾਵੇਂ ਉਹਨਾਂ ਦਾ ਰਾਹ ਕੁਝ ਵੱਖਰਾ ਰਿਹਾ, ਉਹਨਾਂ ਨੂੰ ਵੀ ਉਸੇ ਤਰ੍ਹਾਂ ਸਤਿਕਾਰ ਦਿੰਦੀ ਹੈ। ਪਰ ਭਗਤ ਸਿੰਘ ਦਾ ਰਾਹ ਜੇ ਵੱਖਰਾ ਸੀ ਤਾਂ ਉਹ ਉਸ ਨੂੰ ਉਸ ਤਰ੍ਹਾਂ ਦੀ ਜਗ੍ਹਾ ਕਿਉਂ ਨਹੀਂ ਦਿੱਤੀ ਜਾ ਸਕਦੀ? ਜਾਂ ਸਿਰਫ ਇਹ ਕੀ ਵੀ ਧਰਮ ਦੀ ਭਾਵਨਾ ਦੇ ਖਿਲਾਫ ਸੀ, ਉਸ ਕਰਕੇ? ਨਾਸਤਿਕ ਬੰਦਾ ਗੁਰੂ ਘਰ 'ਚ ਆਏ, ਜੋ ਕੁਛ ਵੀ ਤੁਸੀਂ ਉਹਨੂੰ ਦੇਣਾ ਲੈਣਾ ਕਰੋ, ਪਰ ਕੋਈ ਤਾਂ ਇਹੋ ਜਿਹੀ ਸਥਾਨ ਜਾਂ ਸੰਸਥਾ ਹੋ ਸਕਦੀ ਹੈ ਜਿੱਥੇ ਗੁਰੂ ਸਾਹਿਬ ਦੀ ਸੋਚ, ਵਿਚਾਰ, ਬਾਣੀ ਸਿਰਫ ਤੇ ਸਿਰਫ ਉਹ ਹੋਏ। ਜਿਸ ਕਰਕੇ ਗੁਰੂ ਘਰਾਂ ਚੋਂ ਮੂਰਤੀਆਂ ਕੱਢੀਆਂ ਗਈਆਂ ਸੀ। ਹਰੇਕ ਚੀਜ਼, ਹਰੇਕ ਥਾਂ, ਹਰੇਕ ਟਾਈਮ ਨਹੀਂ ਅਸੀਂ ਮੰਨਦੇ।
ਇੱਕ ਸਥਾਨ ਹੈ ਜਿਸ ਦਾ ਨਾਂ ਤੁਸੀਂ ਹਰੀ ਮੰਦਿਰ ਰੱਖਿਆ ਜੀ, ਸਾਹਿਬ। ਉੱਥੇ ਰੱਬ ਦੇ ਪੱਖ ਦੀ ਗੱਲ ਹੁੰਦੀ ਹੈ, ਕੁਰਬਾਨੀਆਂ ਰੱਬ ਦੇ ਪੱਖ ਦੀਆਂ ਹੋਈਆਂ। ਕੀ ਲੋੜ ਹੈ ਇੱਕ ਨਾਸਤਿਕ ਨੂੰ ਉੱਥੇ ਦੀਵਾਰਾਂ ਤੇ ਚਿਪਕਾ ਕੇ ਲੋਕਾਂ ਨੂੰ ਪ੍ਰੇਰਨਾ ਕਿ ਆਹ ਦੇਖੋ ਇਹ ਸਾਡਾ ਇੱਕ ਚਿੰਨ੍ਹ ਹੈ। ਕਮਿਊਨਿਜ਼ਮ ਹਾਲ 'ਚ ਕਮਿਊਨਿਸਟ ਕਹਿੰਦੇ ਆ ਹੀਰੋ ਆਫ ਦਾ ਪੀਪਲ, ਇਨਾਮ ਦਿੰਦੇ ਆ। ਜਿੱਥੇ ਜਾਓ ਤੁਹਾਨੂੰ ਸਰ ਭਗਤ ਸਿੰਘ ਦੀ ਫੋਟੋ ਮਿਲ ਜਾਂਦੀ ਹੈਗੀ ਹੈ। ਸਰ ਭਗਤ ਸਿੰਘ ਤੁਹਾਨੂੰ ਪ੍ਰੇਰਦੇ ਆ, ਦੱਸਦੇ ਆ, ਤੁਹਾਨੂੰ ਕਹਿੰਦੇ ਆ ਕਿ ਸਿੱਖੀ ਦਾ ਮਿਥਿਆਸ ਹੈ, ਸਿੱਖੀ ਦਾ ਕੋਈ ਮਹਿਣਾ ਨਹੀਂ ਹੈਗਾ। ਫਿਰ ਗੁਰੂ ਸਾਹਿਬ ਦੀ ਗੱਲ ਕਿੱਥੇ ਨਿਰੋਲ ਹੋ ਸਕਦੀ ਹੈ? ਜੇ ਹਰਿਮੰਦਰ ਸਾਹਿਬ 'ਚ ਨਹੀਂ ਹੋ ਸਕਦੀ, ਜੇ ਰੱਬ ਨੂੰ ਤੁਹਾਨੂੰ ਜੋੜਿਆ ਨਹੀਂ ਜਾ ਸਕਦਾ। ਹੁਣ ਮੈਂ ਰੱਬ ਦਾ ਨਾਮ ਲੈਂਦੇ ਕਿਸੇ ਦਫ਼ਤਰ 'ਚ ਜਾਣਾ ਹੈ, ਮੈਂ ਰੱਬ 'ਚ ਭਰੋਸਾ ਕਰਦਾ, ਰੱਬ ਦੀ ਆਸ 'ਚ ਮੈਂ ਆਪਣਾ ਕੰਮ ਰੱਬ ਨੂੰ ਕਹਿੰਦਾ ਕਿ ਹੋ ਜੇ। ਸਾਹਮਣੇ ਮੈਂ ਦੇਖਦਾ ਭਗਤ ਸਿੰਘ ਜੀ ਦੀ ਫੋਟੋ ਲੱਗੀ ਹੋਈ ਹੈ, ਮੇਰੇ ਮਨ ਨੂੰ ਸੱਟ ਨਹੀਂ ਲੱਗਦੀ ਕਿ ਇੱਕ ਨਾਸਤਿਕ ਦੇ ਦਫ਼ਤਰ 'ਚ ਮੈਂ ਆ ਰਿਹਾ, ਰੱਬ ਨੂੰ ਮੈਂ ਅਰਦਾਸ ਕਰ ਰਿਹਾ ਮੇਰਾ ਕੰਮ ਕਰਾ ਦੇ। ਉੱਥੇ ਮੇਰੇ ਦਿਲ ਨੂੰ ਸੱਟ ਲੱਗਦੀ ਹੈ ਕਿ ਯਾਰ, ਪਰ ਮੈਂ ਨਹੀਂ ਕੁਝ ਕਹਿੰਦਾ, ਮੈਂ ਕਹਿੰਦਾ ਠੀਕ ਹੈ ਦਫ਼ਤਰਾਂ 'ਚ ਹੈਗੀ। ਮੈਂ ਅਰਦਾਸਾਂ ਕਰਦੇ, ਵਾਹਿਗੁਰੂ ਦਾ ਜਾਪ ਕਰਦੇ ਹਰਿਮੰਦਰ ਸਾਹਿਬ ਜਾਂਦਾ, ਮੱਥਾ ਟੇਕਦਾ, ਨਤਮਸਤਕ ਹੁੰਦਾ, ਉਹਨੂੰ ਸਮਰਪਿਤ ਹੁੰਦਾ। ਉੱਤੇ ਚੱਕ ਕੇ ਦੇਖਦਾ ਇੱਕ ਨਾਸਤਿਕ ਉੱਥੇ ਸਾਡੇ ਸਾਹਮਣੇ ਰੱਖਿਆ ਹੋਇਆ, ਜਿਹੜਾ ਕਹਿੰਦਾ ਹੈ ਹੀ ਨਹੀਂ ਕੁਛ, ਤੇਰੀ ਅਰਦਾਸ ਦਾ ਮਹਿਣਾ ਹੀ ਕੁਛ ਨਹੀਂ, ਰੱਬ ਹੈ ਹੀ ਨਹੀਂਗਾ। ਯਾਰ ਕਿਉਂ? ਜੇ ਮੈਂ ਗੁਰਦੁਆਰੇ ਜਾ ਕੇ ਆਪਣੇ ਰੱਬ ਨੂੰ ਪ੍ਰੇਰਨਾ ਹੈ, ਮੈਨੂੰ ਸਟੇਟ ਕਿਉਂ ਮਜਬੂਰ ਕਰ ਰਿਹਾ ਹੈ ਕਿ ਤੂੰ ਉੱਥੇ ਭਗਤ ਸਿੰਘ ਨੂੰ ਮੰਨ? ਬਥੇਰੀਆਂ ਹੋਰ ਥਾਵਾਂ ਹੈ। ਇਹ ਮੇਰੇ ਵਾਹਿਗੁਰੂ ਦੀ ਜਗ੍ਹਾ ਹੈਗੀ ਹੈ, ਉਹਦਾ ਨਾਂ ਪ੍ਰਚਾਰ ਹੁੰਦਾ, ਉੱਥੇ ਕਰਦਾ, ਤੇ ਇਹ ਬੰਦਾ ਉਹਨਾਂ ਨੂੰ ਭੰਡਦਾ, ਖਤਮ ਕਰਦਾ, ਨਾਸਤਿਕ ਹੈ। ਫਿਰ ਕਿਉਂ ਮੈਂ ਕਿਉਂ ਕਰਾਂ? ਪਿੱਛੇ ਤੁਸੀਂ ਸਟੇਟ ਨੂੰ ਮੰਨਦੇ ਹੋ ਕਿ ਸਟੇਟ ਜ਼ਿੰਮੇਵਾਰ ਹੈ, ਜਾਂ ਲਗਾਈ ਤਾਂ ਐਸਜੀਪੀਸੀ ਦੇ ਵੱਲੋਂ ਗਈ ਹੈ? ਪਤਾ ਨਹੀਂ, ਜਿਹੜੀ ਡਿਬੇਟ 'ਚ ਜਾ ਰਹੇ ਆ ਉੱਥੇ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਅਕਾਲੀ ਦਲ, ਸਾਰੇ ਜਿਹੜੇ ਸਟੇਟ ਦੇ ਹਿੱਸੇ ਰਹਿ ਚੁੱਕੇ ਆ, ਸਾਰੇ ਟੁੱਟ ਪੈਂਦੇ ਆ, ਇਹਦੇ ਪਰਿਵਾਰ ਨੂੰ ਫੜ ਲਓ, ਇਹਨੂੰ ਮਾਰ ਦਿਓ, ਇਹਨੂੰ ਅੰਦਰ ਕਰੋ, ਇਹਨੂੰ ਐ ਕਰੋ। ਯਾਰ ਮੈਂ ਆਪਣੇ ਗੁਰੂ ਘਰ 'ਚ ਜੇ ਰੱਬ ਦਾ ਨਾਮ ਲੈਣਾ ਹੈ, ਉੱਥੇ ਮੈਂ ਰੱਬ ਦੇ ਅਧੀਨ ਹੋਣਾ, ਆਪਣੀ ਗੱਲ ਕਰਨੀ ਹੈ, ਉੱਥੇ ਮੈਨੂੰ ਕਿਉਂ ਮਜਬੂਰ ਕਰ ਰਹੇ ਹੋ ਕਿ ਮੈਂ ਇੱਕ ਨਾਸਤਿਕ ਨੂੰ ਉੱਥੇ ਸਾਹਮਣੇ ਰੱਖਾਂ, ਮੂਹਰੇ ਕਰਾਂ, ਉਹਦੀ ਆਈਡੀਓਲੋਜੀ ਲੈ ਕੇ ਆਵਾਂ? ਸਾਰਾ ਸਟੇਟ ਰੌਲਾ ਪਾ ਰਿਹਾ ਹੈਗਾ ਕਿ ਨਹੀਂ ਹੋਣਾ ਚਾਹੀਦਾ। ਰਵਨੀਤ ਬਿੱਟੂ ਕਹਿੰਦੇ ਨੇ ਕਿ ਮੈਂ ਵੀ ਸਿੱਖ ਹਾਂ, ਕਿ ਮੈਂ ਸਿੱਖੀ ਨੂੰ, ਰਵਨੀਤ ਬਿੱਟੂ ਕਹਿੰਦੇ ਨੇ ਬਣੇ ਕਿ ਮੈਂ ਸਿੱਖ ਹਾਂ, ਕਿ ਮੈਂ ਵੀ ਸਿੱਖੀ ਨੂੰ ਮੰਨਦਾ, ਕਿ ਜੋ ਮਾਨ ਸਾਹਿਬ ਕਹਿ ਰਹੇ ਨੇ, ਜਾਂ ਜੋ ਮਾਨ ਸਾਹਿਬ ਦੀ ਆਈਡੀਓਲੋਜੀ ਆ, ਕਿ ਉਹ ਕਹਿੰਦੇ ਇਹ ਸਿੱਖੀ ਨਹੀਂ, ਇਹ ਸਿੱਖੀ ਦੇ ਖਿਲਾਫ ਹੈ, ਵੀ ਅਸੀਂ ਤਾਂ ਸਿੱਖ ਸਾਰੀ ਸਾਂਝੀਵਾਲਤਾ ਸੰਦੇਸ਼ ਜ਼ਰੂਰ ਕਹਿ ਦਿਓ, ਸਾਂਝੀਵਾਲ ਕਰ ਦਿਓ, ਪਰ ਨਾਸਤਿਕ ਨੂੰ ਗੁਰੂ ਘਰ 'ਚ ਪ੍ਰਮੋਟ ਕਰਨਾ, ਮਤਲਬ ਮੈਨੂੰ ਤਾਂ ਹੈਰਾਨਗੀ ਹੈ ਕਿ ਲੋਕ ਇਹਦਾ ਸਵਾਲ ਵੀ ਕਰਦੇ ਹੈਗੇ। ਕੀ ਸਵਾਲ ਕੀ ਹੈ ਇਸ 'ਚ? ਇੱਕ ਗੁਰੂ ਦਾ ਘਰ ਹੈ, ਰੱਬ ਨੂੰ ਮੰਨਦਾ, ਰੱਬ ਨੂੰ ਉਭਾਰਦਾ, ਰੱਬ ਦਾ ਪ੍ਰਚਾਰ ਕਰਦਾ, ਰੱਬ ਨੂੰ ਜੁੜਨ ਨੂੰ ਕਹਿੰਦਾ ਹੈ। ਦੂਜਾ ਬੰਦਾ ਕਹਿੰਦਾ ਰੱਬ ਹੈ ਨਹੀਂ, ਭੰਡਦਾ, ਸਿੱਖੀ ਨੂੰ, ਹਰੇਕ ਚੀਜ਼ ਨੂੰ ਇਨਕਾਰ ਕਰਦਾ ਹੈਗਾ। ਤਾਂ ਉਹਨਾਂ ਦਾ ਕਿ ਜਿਹੜੇ ਇਹ ਪੁੱਠੇ, ਮਤਲਬ ਕਿਉਂ? ਜੋ ਸਿੱਖਾਂ ਦੇ ਜਾਂ ਗੁਰੂ ਘਰਾਂ ਦੇ ਮਸਲੇ ਨੇ, ਉਹਨਾਂ ਦੇ ਵਿੱਚ ਦੂਸਰੀ ਪਾਰਟੀਆਂ ਜਾਂ ਹੋਰਾਂ ਨੂੰ ਇਨਵੋਲਵਮੈਂਟ ਨਹੀਂ ਲੈਣੀ। ਮੈਂ ਤਾਂ ਉਹਨਾਂ ਦੀ ਇਨਵੋਲਵਮੈਂਟ ਦਾ ਲੌਜਿਕ ਤੁਹਾਨੂੰ ਪੁੱਛ ਰਿਹਾ। ਮੈਂ ਕਿਸੇ ਨੂੰ ਨਹੀਂ ਰੋਕ ਰਿਹਾ ਹੈਗਾ, ਪਰ ਮੈਨੂੰ ਲੌਜਿਕ ਹੀ ਨਹੀਂ ਸਮਝ ਆ ਰਿਹਾ ਯਾਰ। ਇੱਕ ਬੰਦਾ ਕਹਿੰਦਾ ਰੱਬ ਹੈ ਹੀ ਨਹੀਂ, ਇੱਕ ਪਾਸੇ ਰੱਬ ਦਾ ਘਰ ਹੈ। ਹੁਣ ਯਾਰ ਨਾਸਤਿਕ ਨੂੰ ਰੱਬ ਦੇ ਘਰ 'ਚ ਪਤਾ ਨਹੀਂ, ਬਾਰ-ਬਾਰ ਇਹਦੇ ਸਵਾਲ ਕੀ ਹੈ? ਗੱਲ ਫਿਨਿਸ਼ ਹੈ। ਆਖਰ ਦੇ ਵਿੱਚ ਇਹੀ ਹੈ ਕਿ ਅਕਸਰ ਸਿਆਸਤ ਦੇ ਵਿੱਚ ਇਹ ਹੁੰਦਾ ਕਿ ਜਦੋਂ ਦਬਾਅ ਪੈਂਦੇ ਨੇ, ਚਾਹੇ ਸਿਆਸੀ ਪਾਰਟੀਆਂ ਤੋਂ ਬਾਅਦ ਜਾਂ ਲੋਕਾਂ ਤੋਂ ਬਾਅਦ, ਅਕਸਰ ਬਿਆਨ ਬਦਲ ਲਏ ਜਾਂਦੇ ਨੇ, ਮਾਫੀਆਂ ਆ ਜਾਂਦੀਆਂ। ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਗੱਲ ਉੱਤੇ ਖੜੀ ਰਹੂਗੀ? ਅਸੀਂ ਤਾਂ ਐਸਜੀਪੀਸੀ ਨੂੰ ਬੇਨਤੀ ਕਰਕੇ ਆਏ ਹਾਂ ਕਿ ਦੱਸੋ ਕਿ ਕਿਸ ਸੋਚ ਨਾਲ ਅਸੀਂ ਇੱਕ ਨਾਸਤਿਕ ਨੂੰ ਹਰਿਮੰਦਰ ਸਾਹਿਬ 'ਚ ਪ੍ਰਮੋਟ ਕਰ ਰਹੇ ਹਾਂ। ਇਹ ਸੰਸਥਾ ਰੱਬ ਨੂੰ ਪ੍ਰਮੋਟ ਕਰਨ ਵਾਸਤੇ ਹੈ ਕਿ ਨਾਸਤਿਕਤਾ ਨੂੰ? ਅਸੀਂ ਸਵਾਲ ਪੁੱਛ ਕੇ ਆਏ ਹਾਂ, ਅਸੀਂ ਉਡੀਕ ਰਹੇ ਹਾਂ ਉਸ ਸਵਾਲ ਨੂੰ। ਅਸੀਂ ਤਾਂ ਹਮੇਸ਼ਾ ਹਰੀ ਮੰਦਿਰ ਨੂੰ, ਹਰੀ ਦਾ ਘਰ, ਹਰੀ ਦੇ ਪ੍ਰਚਾਰ ਵਾਸਤੇ ਉਹਨੂੰ ਮੰਨਾਂਗੇ। ਤੇ ਜੇਕਰ ਬਥੇਰੇ ਹੋਰ ਥਾਂ ਹੋਰਾਂ ਇੱਕ ਦੇ ਵਿੱਚ, ਜਿਵੇਂ ਹੁਣ ਚੋਣਾਂ ਹੋਣਗੀਆਂ ਐਸਜੀਪੀਸੀ ਦੀਆਂ,
ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰਣਨੀਤੀ ਕੀ ਹੈ ਇਸ ਮਾਮਲੇ ਨੂੰ ਲੈ ਕੇ ਕਿ ਤੁਸੀਂ ਕਿਸ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਕਿਸ ਢੰਗ ਦੇ ਨਾਲ ਚੱਲਦਾ ਦੇਖਣਾ ਚਾਹੁੰਦੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਵਿੱਚ ਬਹੁਤ ਖਾਮੀਆਂ ਨੇ ਕਿ ਇੱਥੇ ਗੁਰੂ ਘਰਾਂ ਦੀ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ ਜਾਂ ਹੋਰ ਵੀ तमाम ਮਸਲੇ ਜਿਹੜੇ ਸਾਹਮਣੇ ਵੀ ਆਉਂਦੇ ਰਹੇ ਨੇ, ਤਾਂ ਤੁਹਾਡੀ ਵਿਜ਼ਨ ਕੀ ਹੈ ਸ਼੍ਰੋਮਣੀ ਕਮੇਟੀ ਨੂੰ ਲੈ ਕੇ? ਗੁਰੂ ਕੀ ਗੋਲਕ ਗਰੀਬ ਕਾ ਮੂੰਹ। ਜਿਹੜੇ ਪਿੰਡਾਂ ਵਿੱਚ ਗਰੀਬ ਗੁਰੂ ਘਰ ਹੈ ਉਹਦੇ ਵਿੱਚ ਬੀਬੀਆਂ ਕੰਮ ਨੂੰ ਜਾਂਦੀਆਂ, ਬੱਚੇ ਸਕੂਲ ਨੂੰ ਚਲੇ ਜਾਂਦੇ ਆ, ਦੁਪਹਿਰੇ ਵਾਪਸ ਆ ਜਾਂਦੇ ਆ ਜੀ। ਉਹ ਬੀਬੀਆਂ ਨੂੰ ਕੰਮ ਛੱਡ ਕੇ ਪਰਵਰਿਸ਼ ਕਰਨੀ ਪੈਂਦੀ ਹੈ, ਸਭ ਕੁਝ ਹੁੰਦਾ ਹੈ, ਉਹਨਾਂ ਦੇ ਕੋਲੇ ਟਾਈਮ ਘੱਟ ਹੈ, ਸਾਧਨ ਘੱਟ ਹੈ। ਅਸੀਂ ਸਮਝਦੇ ਹਾਂ ਗੁਰੂ ਘਰਾਂ ਨੂੰ ਉਹ ਬੱਚਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ। ਅਸੀਂ ਮਾਸਟਰਾਨੀਆਂ ਜਾਂ ਹੋਰ ਰੱਖ ਕੇ ਜਿਵੇਂ ਗੁਰੂ ਘਰ ਦਾ ਲੰਗਰ ਹੈ ਕੋਈ ਵਧੀਆ ਉੱਥੇ ਪ੍ਰਬੰਧ ਕਰੀਏ ਤਾਂ ਕਿ ਉਹਨਾਂ ਦੀ ਸਿਹਤ, ਜਿਵੇਂ ਮਾਤਾ ਖੀਵੀ ਜੀ ਨੇ ਲੰਗਰ ਤੋਰਿਆ ਸੀਗਾ, ਜਿਵੇਂ ਸਿਹਤ ਬਣਾਉਣ ਵਾਸਤੇ ਗੁਰੂ ਅੰਗਦ ਸਾਹਿਬ ਨੇ ਅਖਾੜੇ ਖੋਲ੍ਹੇ ਸੀਗੇ, ਉੱਥੇ ਖਾਣ ਪੀਣ ਦਾ ਪ੍ਰਬੰਧ ਨੌਜਵਾਨ ਆਪਣੀ ਪੀੜ੍ਹੀ ਦੇ ਆਪਾਂ ਕਰੀਏ। ਜਿਹੜਾ ਮਰਜ਼ੀ ਧਰਮ ਦਾ ਹੋਏ, ਜਿਹੜਾ ਮਰਜ਼ੀ ਬੱਚਾ ਹੋਏ, ਸਭ ਗੁਰੂ ਕੇ ਬੱਚੇ ਮੰਨ ਕੇ ਅਸੀਂ ਉਹਨਾਂ ਦੀ ਪਰਵਰਿਸ਼ ਕਰਨ ਦਾ ਯਤਨ ਕਰੀਏ। ਮਾਸਟਰਾਨੀਆਂ ਰੱਖੀਆਂ ਜਿਹੜੇ ਹੋਮਵਰਕ ਉਹਨਾਂ ਦਾ ਕਰਾ ਦੇਣ, ਉੱਥੇ ਗਣਿਤ ਤੇ ਹੋਰ ਜਿਹੜੀਆਂ ਸਾਇੰਸਾਂ ਪੜ੍ਹਾਈਆਂ ਜਾਣ, ਉੱਥੇ ਪੰਜਾਬੀ ਦਾ ਪ੍ਰਚਾਰ ਕੀਤਾ ਜਾਵੇ, ਉੱਥੇ ਸਾਡੇ ਇਤਿਹਾਸ ਦੱਸੇ ਜਾਣ, ਕਿਵੇਂ ਸਿੰਘ ਸਭਾ ਲਹਿਰ ਨੇ ਤੁਹਾਨੂੰ ਆਜ਼ਾਦੀ ਦਿਵਾਈ ਹੈਗੀ ਹੈ, ਕਿਵੇਂ ਸਾਡਾ ਧਰਮ ਯੁੱਧ ਮੋਰਚਿਆਂ ਨੇ ਤੁਹਾਡੇ ਹੱਕਾਂ ਤੇ ਪਹਿਰਾ ਦਿੱਤਾ ਹੈਗਾ। ਇਹ ਸਾਰਾ ਇਤਿਹਾਸ ਗੁਰੂ ਘਰ 'ਚ ਪੜ੍ਹਾਇਆ ਜਾਏ, ਉਹ ਬੱਚਿਆਂ ਦੀ ਦੇਖ ਰੇਖ ਹੋਏ। ਅੱਜ ਦੇ ਜ਼ਮਾਨੇ 'ਚ ਗੁਰੂ ਰਾਮਦਾਸ ਮੈਮੋਰੀਅਲ ਹਸਪੀਟਲ ਬਣਿਆ, ਉਹਦੇ ਜਿਹੜੇ ਗ੍ਰੈਜੂਏਟ ਹੈ, ਹੋਰ ਚਾਹਵਾਨ ਸਿੱਖ ਡਾਕਟਰ ਜਾਂ ਗੈਰ ਸਿੱਖ ਡਾਕਟਰ ਜਿਹੜੀ ਲੋਕ ਸੇਵਾ ਕਰਨਾ ਚਾਹੁੰਦੇ ਆ, ਉਹ ਗੁਰੂ ਘਰਾਂ ਦੇ ਵਿੱਚ ਟੈਲੀਮੈਡੀਸਨ ਰਾਹੀਂ, ਆਪਣੇ ਵੀਡੀਓ ਕਾਨਫਰੰਸਿੰਗ ਰਾਹੀਂ ਮਰੀਜ਼ਾਂ ਦੀ ਦੇਖ ਰੇਖ ਹੋਏ। ਆਰਐਮਪੀ ਡਾਕਟਰ ਜਿਹੜੇ ਲੋਕਲ ਹੈ ਉੱਥੇ ਆ ਕੇ ਉਹ ਡਾਕਟਰ ਤੇ ਪੇਸ਼ੈਂਟ ਦੇ ਵਿੱਚ ਸਵਾਲ ਜਵਾਬ ਕਰਕੇ, ਜੇ ਉੱਥੇ ਇਲਾਜ ਹੋ ਸਕਦਾ ਹੈ, ਡਾਕਟਰ ਮਨਜ਼ੂਰ ਕਰਦਾ ਹੈ, ਉਹ ਕਰਾ ਦੇਣ, ਉੱਥੇ ਨਿਬੜਦਾ ਹੋਏ। ਜੇ ਨਹੀਂ, ਐਂਬੂਲੈਂਸ ਬੁਲਾ ਕੇ ਮਰੀਜ਼ ਨੂੰ ਭੇਜ ਦੇਣ। ਇਹ ਗੁਰੂ ਘਰ ਦੀ ਜ਼ਿੰਮੇਵਾਰੀ ਹੈ। ਕੋਵਿਡ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਕੀਤਾ ਹੈਗਾ, ਉਸ 'ਚ ਗੁਰੂ ਘਰ ਨੂੰ ਮੂਹਰੇ ਆਉਣਾ ਚਾਹੀਦਾ ਸੀ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਦਿੱਲੀ 'ਚ ਰੋਗ ਦੇ ਵਿੱਚ ਸਾਰਿਆਂ ਦੀ ਸੇਵਾ ਕੀਤੀ ਸੀਗੀ। ਇਹ ਤਾਂ ਦਰਵਾਜ਼ੇ ਬੰਦ ਕਰਕੇ ਬਹਿ ਗਏ ਸੀਗੇ ਕਿ ਸਾਰਾ ਕੁਝ ਹੀ ਗੌਰਮੈਂਟ ਕਰੂਗੀ। ਅਸੀਂ ਚਾਹੁੰਦੇ ਹਾਂ ਟੈਲੀ ਐਜੂਕੇਸ਼ਨ ਹੋਏ, ਜਿਹੜੇ ਵਧੀਆ ਵਧੀਆ ਪ੍ਰੋਗਰਾਮ ਬੱਚਿਆਂ ਨੂੰ ਦੇ ਸਕਦੇ ਆ, ਉਹ ਗੁਰੂ ਘਰਾਂ 'ਚ ਹੋਵੇ। ਅਸੀਂ ਚਾਹੁੰਦੇ ਹਾਂ ਕਿ ਖਡੂਰ ਸਾਹਿਬ ਦੇ ਵਿੱਚ ਅਖਾੜੇ ਖੋਲ੍ਹੇ ਸੀ, ਸਿਹਤ ਬਣਾਉਣ ਨੂੰ ਗੁਰੂ ਅੰਗਦ ਸਾਹਿਬ ਨੇ ਹੁਕਮ ਕੀਤਾ ਸੀਗਾ। ਹਰੇਕ ਗੁਰੂ ਘਰ 'ਚ ਜਿਮ ਹੋਏ, ਉੱਥੇ ਫਿਜ਼ੀਕਲ ਐਜੂਕੇਸ਼ਨ ਵਾਲੇ ਟੀਚਰ ਬੱਚਿਆਂ ਦੀ, ਬਜ਼ੁਰਗਾਂ ਦੀ, ਹਰੇਕ ਦੀ ਸਿਹਤ ਵੱਲ ਨਿਗਾਹ ਰੱਖੇ, ਉਹਨਾਂ ਦੀ ਐਕਸਰਸਾਈਜ਼ ਰੈਜੀਮੈਂਟ ਕਰੇ, ਉਹਨਾਂ ਦੀ ਦੇਖ ਰੇਖ ਕਰੇ। ਗੁਰੂ ਘਰ ਇੱਕ ਸੰਸਥਾ ਹੈ ਜਿਹੜੀ ਬਿਲਕੁਲ ਕਬਜ਼ੇ 'ਚ ਆਈ ਹੋਈ ਹੈ। ਸਾਡਾ ਤਾਂ ਕੋਈ ਪ੍ਰਚਾਰ ਦਾ ਚੈਨਲ ਹੀ ਨਹੀਂ ਹੈਗਾ। ਹਿੰਦੂਇਜ਼ਮ ਦੇ ਪ੍ਰਚਾਰ ਚੈਨਲ ਮਿਲ ਜਾਣਗੇ, ਕ੍ਰਿਸਚੀਅਨਿਟੀ ਦੇ ਮਿਲ ਜਾਣਗੇ। ਜਿਹੜੀ ਬਾਣੀ, ਗੁਰੂ ਕੀ ਬਾਣੀ, ਜਿਹੜੀ ਗੁਰੂ ਕੀ ਕੀਰਤਨ ਦਰਬਾਰ ਹੈ, ਉਹ ਸਾਰੇ ਪੀਟੀਸੀ ਦੇ ਕਬਜ਼ੇ 'ਚ ਹੈ। ਐਡਵਰਟਿਜ਼ਮੈਂਟ ਤੋਂ ਪੈਸਾ ਕਮਾਈ ਜਾਂਦੇ ਆ, ਬਾਦਲ ਧਨਾੜ ਹੋਈ ਜਾਂਦਾ ਹੈ। ਐਸਜੀਪੀਸੀ ਨੂੰ ਕਹਿ ਦਿਓ ਪ੍ਰਚਾਰ ਦੇ ਪੈਸੇ ਦੋ, ਕਹਿੰਦੇ ਸਾਡੇ ਕੋਲੇ ਤਾਂ ਹੈ ਹੀ ਨਹੀਂ, ਕੋਈ ਸਾਧਨ ਹੀ ਨਹੀਂ ਹੈਗੇ। ਇਹ ਕੀ ਨੌਨਸੈਂਸ ਹੈ? ਗੁਰੂ ਘਰ ਨੂੰ ਇਹੋ ਜਿਹੇ ਦੇ ਕਾਬਜ਼ ਕੀਤਾ ਹੋਇਆ ਜਿਹੜਾ ਕੋਈ ਕੰਮ ਹੀ ਨਹੀਂ ਕਰ ਰਿਹਾ ਹੈਗਾ। ਜਿਹੜਾ ਗੁਰੂ ਘਰ ਦਾ ਮਕਸਦ ਮਹਿਣਾ ਸੰਗਤ ਵਿੱਚ ਉਹਨਾਂ ਨੇ ਪ੍ਰੋਵੀਜ਼ਨ ਕਰਨੀ, ਉਹ ਤਾਂ ਕੁਝ ਹੋ ਹੀ ਨਹੀਂ ਰਿਹਾ ਹੈਗਾ। ਸਾਡੇ ਤਾਂ ਇਹ ਵਿਜ਼ਨ ਹੈ ਕਿ ਅਸੀਂ ਸਾਰਿਆਂ ਨੂੰ ਲਿੰਕ ਕਰਕੇ ਆਪਣੇ ਕੌਮੀ ਸਿਹਤ, ਵਿਵੇਕਦਾਨ, ਹਰੇਕ ਪੱਖੋਂ ਦਾ ਅਸੀਂ ਕੰਮ ਗੁਰੂ ਸਾਹਿਬ ਦੇ ਨਾਂ ਤੇ ਕਰੀਏ। ਠੀਕ ਹੈ ਨਾ ਜੀ। ਇਹ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਕਮਿਊਨਿਸਟ ਸਟੇਟ ਪ੍ਰੋਵੀਜ਼ਨ ਕਰ ਸਕਦਾ ਹੈਗਾ, ਨਾਨਕ ਨਾਮ ਲੇਵਾ ਸਟੇਟ ਵੀ ਇਹ ਕੰਮ ਕਰ ਸਕਦਾ ਹੈਗਾ। ਇਹ ਜ਼ਰੂਰੀ ਨਹੀਂ ਹੈਗਾ ਕਿ ਸਾਨੂੰ ਭਗਤ ਸਿੰਘ ਨੂੰ ਪੂਜਣਾ ਪੈਣਾ ਹੈ। ਉਹ ਸਿੰਘ ਸਭਾ ਲਹਿਰ ਦੇ ਜਿਹੜੇ ਕੁਰਬਾਨੀ ਦੇ ਬੰਦੇ ਹੈਗੇ ਆ, ਉਹਨਾਂ ਨੂੰ ਵੀ ਅਸੀਂ ਮੂਹਰੇ ਕਰਕੇ ਆਈਕਨ ਬਣਾ ਸਕਦੇ ਹੈਗੇ ਆ। ਸਿੰਘ ਸਭਾ ਸਪੋਰਟਸ ਕਲੱਬ ਹੋ ਸਕਦੇ ਹੈਗੇ ਆ। ਸਿੰਘ ਸਭਾ ਦੇ ਨਾਂ ਦੇ ਉੱਤੇ ਅਸੀਂ ਆਪਣੇ ਕੰਮ ਕਰ ਸਕਦੇ ਹੈਗੇ ਆ। ਬੜੀ ਦੇਣ ਹੈ ਸਿੱਖੀ ਦੀ, ਔਰ ਉਸ ਨੂੰ ਸਾਹਮਣੇ ਲੈ ਕੇ ਆਉਣਾ ਸਾਡੀ ਵਿਜ਼ਨ ਹੈ। ਸਿਮਰਜੀਤ ਸਿੰਘ ਮਾਨ ਹੋਰਾਂ ਦੀ ਇੱਕ ਵਿਚਾਰ ਨੇ ਕਿ ਜਿਹੜੇ ਸਿੱਖ ਲੀਡਰ ਜਾਂ ਬਹੁਤ ਜ਼ਿਆਦਾ ਗਰੀਬ ਤਬਕੇ ਦੇ ਸਿੱਖ ਨੇ, ਉਹ ਉਹਨਾਂ ਦੀ ਬਾਂਹ ਫੜਨੀ ਚਾਹੁੰਦੇ ਨੇ, ਤਾਂ ਉਹਨਾਂ ਦੀ ਬਾਂਹ ਫੜਨ ਦੇ ਲਈ ਮਤਲਬ ਕਿਸ ਤਰ੍ਹਾਂ ਦਾ ਵਿਜ਼ਨ ਲੈ ਕੇ ਆ ਰਹੇ ਹੋ ਤੁਸੀਂ? ਕਿਉਂਕਿ ਇੱਕ ਪਾਸੇ ਤਾਂ ਦੇਖਦੇ ਹਾਂ ਕਿ ਸਿੱਖਾਂ ਨੇ ਪੂਰੀ ਦੁਨੀਆ 'ਚ ਆਪਣੀ ਛਾਪ ਛੱਡੀ ਹੋਈ ਹੈ ਕਿ ਇੱਕ ਵਧੀਆ ਅਮੀਰ ਕਮਿਊਨਿਟੀ ਹੈ ਅਤੇ ਲੰਗਰ ਦੀ ਸੇਵਾ ਪੂਰੀ ਦੁਨੀਆ, ਜਿੱਥੇ ਵੀ ਕਦੇ ਹੜ੍ਹ ਆ ਜਾਣ, ਕੋਈ ਜਿਹੜੇ ਦੂਰ ਦਰਾਡੇ ਦੇਸ਼ਾਂ ਤੱਕ ਵੀ ਕੋਈ ਮਾਰ ਪੈਂਦੀ ਹੈ, ਹਮਲੇ ਹੁੰਦੇ ਨੇ, ਸਿੱਖ ਉੱਥੇ ਪਹੁੰਚਦੇ ਨੇ। ਸ਼੍ਰੋਮਣੀ ਕਮੇਟੀ ਵੀ ਕਹਿੰਦੀ ਹੈ ਕਿ ਅਸੀਂ 2 ਟਰੱਕ ਭਰ ਕੇ ਭੇਜਦੇ, 3 ਭੇਜਦੇ, ਪਰ ਜਿਹੜਾ
ਅਸਲ 'ਚ ਸਿੱਖ ਕੌਮ ਦੇ ਵਿੱਚ ਜਿਹੜਾ ਇੱਕ ਵੱਡਾ ਸਾਰਾ ਜਿਹੜਾ ਗੈਪ ਪਿਆ ਹੋਇਆ ਹੈ, ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਨੇ, ਜਿਹੜੇ ਬਿਲਕੁਲ ਹੀ ਜਿਹੜੇ ਆਪਾਂ ਕਹਿ ਦਈਏ ਕਿ ਜਿਨ੍ਹਾਂ ਦੇ ਘਰਾਂ ਦੇ ਖਰਚੇ ਵੀ ਬੜੀ ਮੁਸ਼ਕਿਲ ਨਾਲ ਚੱਲਦੇ ਨੇ, ਨਾ ਤਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਦੇ ਰਿਹਾ, ਨਾ ਉਹਨਾਂ ਦੀ ਕੰਮਕਾਰ ਵੱਲ ਕੋਈ ਧਿਆਨ ਦੇ ਰਿਹਾ। ਇਸ ਪਾਸੇ ਸਿਮਰਜੀਤ ਸਿੰਘ ਮਾਰੂਵਾਨਾ ਨੇ ਕਿਹਾ ਸੀ ਕਿ ਮੈਂ ਇਹ ਆਵਾਜ਼ ਸੰਸਦ ਦੇ ਵਿੱਚ ਵੀ ਚੱਕਾਂਗਾ, ਪਰ ਤੁਹਾਡਾ ਵਿਜ਼ਨ ਕੀ ਹੈ ਇਸ ਮਾਮਲੇ ਦੇ ਉੱਤੇ? ਇਹਨੂੰ ਕਿਵੇਂ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ? मेरा ख्याल है गुरु की सिक्खी जन्म तो लैके रब नूं प्यारे होण ताईं रोल निभाना चाहिए। वो बच्चे ਜਿਹੜੇ जम्मे है जी ਉਹਨਾਂ ਦੀਆਂ ਸਿਹਤ ਸੇਵਾਵਾਂ, ਉਹਨਾਂ ਦੀਆਂ ਖਾਣ ਪੀਣ ਦੇ ਸਾਧਨ ਜੀ, ਇਹ ਸਾਡੇ ਕੌਮ ਦਾ ਫਰਜ਼ ਹੈ, ਕਿਉਂਕਿ ਕੌਮ ਦਾ ਬੱਚਾ ਹੈ। ਉਹਦੀ ਪੜ੍ਹਾਈ ਲਿਖਾਈ 'ਚ ਵਾਧਾ ਕਰਨਾ, ਉਹਨੂੰ ਸੋਚ ਨਾਲ ਜੋੜਨਾ, ਉਹ ਸਾਡਾ ਆਪਣਾ ਫਰਜ਼ ਹੈ। ਉਹ ਵੀ ਗੁਰੂ ਘਰ ਦੇ ਵਿੱਚ ਹੋਣਾ ਚਾਹੀਦਾ ਪ੍ਰੋਵੀਜ਼ਨ। ਉਹਨਾਂ ਦੀ ਸਿਹਤ ਤੇ ਦੇਖ ਰੇਖ, ਉਹਨਾਂ ਨੂੰ ਇਤਿਹਾਸ ਕਿਹੋ ਜਿਹਾ ਪੜ੍ਹਾਇਆ ਜਾ ਰਿਹਾ, ਉਹਨਾਂ ਨੂੰ ਰੱਬ ਨਾਲ ਜੋੜਿਆ ਜਾ ਰਿਹਾ ਹੈਗਾ। ਹਰੇਕ ਕਮਿਊਨਿਸਟ ਸਟੇਟ ਨਾਲ ਥੋੜ੍ਹੀ ਜੁੜਨਾ ਜ਼ਰੂਰੀ ਹੈਗਾ ਕਿ ਤੁਸੀਂ ਸਾਰਾ ਦਿਨ ਉਹਦੇ ਗੁਣ ਗਾਈ ਜਾਓ। ਗੁਰੂ ਘਰ ਦੇ ਵੀ ਉਪਾਸ਼ਕ ਹੈਗੇ, ਉਹਨਾਂ ਨੂੰ ਉਧਰ ਨੂੰ ਤੋਰ ਸਕਦੇ ਹੈਗੇ ਆ। ਸੋ ਜਿਹੜੀਆਂ ਸਕੀਮਾਂ ਮੈਂ ਤੁਹਾਨੂੰ ਦਸੀਆਂ, ਇਹਦੇ ਵਿੱਚ ਜੋ ਅਸੀਂ ਗੁਰੂ ਕੀ ਗੋਲਕ ਆ ਉਧਰ ਨੂੰ ਲਾਣਾ ਚਾਹੁੰਦੇ ਆ, ਖਾਸ ਕਰਕੇ ਸਭ ਤੋਂ ਗਰੀਬ ਘਰਾਣੇ 'ਚ, ਕਿਉਂਕਿ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਗਰੀਬ ਦੇ ਘਰ ਰਹਿ ਕੇ ਖੁਸ਼ ਸੀਗੇ। ਅਮੀਰ ਨੂੰ ਉਹ ਖੂਨ ਕੱਢ ਕੇ ਦਿਖਾ ਦਿੰਦੇ ਸੀ ਕਿ ਤੇਰਾ ਕੀ ਰੋਲ ਹੈਗਾ। ਮਾਨ ਸਾਹਿਬ, ਗੱਲਬਾਤ ਨੂੰ ਵਾਈਂਡ ਅਪ ਵੀ ਕਰਾਂਗੇ। ਇੱਕ ਆਖਰੀ ਸਵਾਲ ਹੈ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਕਿਵੇਂ ਦਾ, ਕਿ ਜਿੱਤ ਮਿਲੀ ਹੈ ਪਰ ਪਾਰਟੀ ਦਾ ਜਥੇਬੰਦਕ ਢਾਂਚਾ ਜਾਂ ਜਿਹੜਾ ਜ਼ਮੀਨੀ ਪੱਧਰ ਉੱਤੇ ਕੈਡਰ ਹੈ ਉਹ ਦੂਸਰੀਆਂ ਪਾਰਟੀਆਂ ਵਾਂਗ ਨਹੀਂ ਦਿਸਦਾ। ਕਿਸਾਨੀ ਅੰਦੋਲਨ ਦੇ ਵਿੱਚੋਂ ਨਿਕਲ ਕੇ ਚੋਣਾਂ ਆਈਆਂ, ਦੀਪ ਸਿੱਧੂ ਹੋਰਾਂ ਦੇ ਜਾਂ ਸਿੱਧੂ ਮੂਸੇਵਾਲੇ ਹੋਰਾਂ ਦੇ ਵੱਲੋਂ ਜਾਂ ਜੋ ਨੈਰੇਟਿਵ ਇਸ ਤਰ੍ਹਾਂ ਦਾ ਕ੍ਰੀਏਟ ਹੋਇਆ ਕਿ ਪਹਿਲਾਂ ਆਮ ਆਦਮੀ ਪਾਰਟੀ ਨੂੰ ਪਰਖ ਕੇ ਦੇਖਿਆ, ਲੋਕ ਅੱਕ ਗਏ, ਫਿਰ ਮਾਨ ਪਾਰਟੀ ਵੱਲ ਹੋਏ, ਸਿਮਰਜੀਤ ਸਿੰਘ ਮਾਨ ਹੋਰਾਂ ਵੱਲ ਹੋਏ। ਪਰ ਜਿਹੜੇ ਨੈਰੇਟਿਵ ਨੇ ਉਹ ਬਣ ਵੀ ਜਾਂਦੇ ਨੇ ਤੇ ਟੁੱਟ ਵੀ ਜਾਂਦੇ ਨੇ, ਪਰ ਜ਼ਮੀਨੀ ਪੱਧਰ ਤੇ ਪਾਰਟੀ ਦਾ ਕੈਡਰ ਹੈ ਜਿਹੜਾ ਉਹ ਘੱਟ ਆ, ਅਤੇ ਜਿਹੜੀ ਜਥੇਬੰਦਕ ਢਾਂਚਾ ਹੈ ਉਹ ਕਿਵੇਂ ਦਾ, ਉਸ ਨੂੰ ਤੁਸੀਂ ਫਿਰ ਕਿਵੇਂ ਚਲਾਓਗੇ? ਜਿਹੜਾ ਜਥੇਬੰਦਕ ਢਾਂਚਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੀਗਾ, ਉਹ ਸ਼੍ਰੋਮਣੀ ਅਕਾਲੀ ਦਲ ਦਾ ਹੀ ਢਾਂਚਾ ਅਪਣਾਇਆ ਗਿਆ ਸੀ, ਜਿਹਦੇ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਸਰਕਲ ਪ੍ਰਧਾਨ ਹੁੰਦਾ ਸੀ, ਸਰਕਲ ਪੁਲਿਸ ਥਾਣੇ ਦਾ ਹੁੰਦਾ ਸੀ, ਕਿਉਂਕਿ ਸਿੱਖਾਂ ਨੂੰ ਹਮੇਸ਼ਾ ਪੁਲਿਸ ਹੀ ਸਭ ਤੋਂ ਜ਼ਿਆਦਾ ਇੰਟਰਫੇਅਰ ਉਹਨਾਂ ਦੀ ਜ਼ਿੰਦਗੀ 'ਚ ਕਰਦੀ ਸੀਗੀ। ਸੋ ਸਾਡਾ ਸਰਕਲ ਜਥੇਦਾਰ ਪੁਲਿਸ ਥਾਣੇ ਦਾ ਹੁੰਦਾ ਸੀਗਾ, ਉਹਦੇ ਉੱਤੇ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਸੀ, ਉਹਦੇ ਉੱਤੇ ਜਨਰਲ ਸਕੱਤਰ ਹੁੰਦੇ ਸੀ ਜਿਹੜੇ ਪੰਜਾਬ ਨੂੰ ਸੰਭਾਲਦੇ ਸੀ ਤੇ ਪ੍ਰਧਾਨ ਹੁੰਦੇ ਸੀਗੇ। ਸੋ ਇਹ ਸਾਡਾ ਇੱਕ ਤਰ੍ਹਾਂ ਦਾ ਢਾਂਚਾ ਪਹਿਲਾਂ ਦਾ ਆਇਆ ਹੋਇਆ। ਇਹਦੇ ਵਿੱਚ 1992 ਤੋਂ ਅੱਗੇ ਚਾਹੇ ਉਹ ਬੇਅੰਤ ਦੀ ਸਰਕਾਰ ਸੀ, ਬਾਦਲ ਦੀ ਸੀ, ਬਰਾੜ ਦੀ ਸੀ, ਅਮਰਿੰਦਰ ਦੀ ਸੀ, ਇੱਕ ਚੀਜ਼ ਹਮੇਸ਼ਾ ਰਹੀ ਹੈ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨੂੰ ਮਾਰਕੁੱਟ ਕੀਤੀ ਗਈ ਹੈ, ਜਥੇਦਾਰ ਕੌਂਕੇ ਵਰਗਿਆਂ ਨੂੰ ਜਾਨੋਂ ਮਾਰਿਆ ਗਿਆ ਪੁਲਿਸ ਨੇ। ਸਾਡਾ ਜਿਹੜਾ ਕਾਡਰ ਸੀਗਾ ਇੰਨਾ ਤਗੜਾ, ਉਹ ਖੁਰਦ-ਬੁਰਦ ਇਸ ਕਰਕੇ ਹੋਇਆ ਕਿਉਂਕਿ ਜ਼ਬਰ ਦੇ ਉੱਤੇ 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 ਘਰੋਂ ਨਿਕਲਣ ਨਹੀਂ ਦਿੱਤਾ ਹੈਗਾ। ਜਿੱਦਣ ਅਸੀਂ ਮੋਰਚਾ ਲਾਤਾ ਉਸ ਦਿਨ ਰਾਤੋਂ ਰਾਤ ਸਾਨੂੰ ਫੜ ਲਿਆ, ਚੱਲ ਵੀ ਜੇਲ੍ਹ 6 ਮਹੀਨੇ 2 ਮਹੀਨੇ, ਉਹ ਵੀ ਬਿਲਕੁਲ ਪ੍ਰੀਵੈਂਟਿਵ ਕਸਟਡੀ 'ਚ, ਕੋਈ ਕੇਸ ਨਹੀਂ ਪਾਣੇ, ਪ੍ਰੀਵੈਂਟਿਵ ਕਸਟਡੀ 'ਚ ਸਾਡੀ ਆਰਥਿਕਤਾ ਤੋੜਤੀ, ਸਾਡੇ ਜਥੇਦਾਰਾਂ ਦੀ ਆਮਦਨਾਂ ਤੋੜਤੀਆਂ, 1-1 2-2 ਕਿੱਲੇ ਵਾਲੇ ਨੂੰ ਖਤਮ ਕਰਤਾ। ਇਹ ਜ਼ਬਰ ਸਾਡੀ ਪਾਰਟੀ ਦੇ ਉੱਤੇ ਲਗਾਤਾਰ ਹੁੰਦਾ ਆਇਆ, ਜਿਹੜਾ ਤੁਸੀਂ ਕਹਿੰਦੇ ਤੁਹਾਡੇ ਛਿੱਦੇ ਰਹਿ ਗਏ। ਭਾਜੀ ਇੰਨਾ ਜ਼ਬਰ ਸਿਹਾ ਇਸ ਪਾਰਟੀ ਨੇ, ਪ੍ਰਧਾਨ ਦੇ ਉੱਤੇ 100 ਤੋਂ ਉੱਤੇ ਕੇਸ ਪੈ ਚੁੱਕੇ ਆ, ਹਰੇਕ 6 ਮਹੀਨੇ ਜੇਲ੍ਹ, ਹਰੇਕ 6 ਮਹੀਨੇ ਜੇਲ੍ਹ। ਬਾਦਲ ਨੇ ਕੀਤਾ, ਅਮਰਿੰਦਰ ਨੇ ਕੀਤਾ, ਬੇਅੰਤ ਨੇ ਕੀਤਾ, ਬਰਾੜ ਨੇ ਕੀਤਾ, ਸਾਰਿਆਂ ਨੇ ਕੀਤਾ। ਹੁਣ ਜਦ ਅਸੀਂ ਇਸ ਸੰਘਰਸ਼ ਚੋਂ ਨਿਕਲੇ ਆ, ਅਸੀਂ ਸੋਚ ਰਹੇ ਹਾਂ ਕਿ ਜਿਹੜਾ ਸਟਰਕਚਰ ਸਾਡੇ ਵਿਧਾਨ ਸਭਾ ਦਾ ਹੈਗਾ, ਔਰ ਸਾਡੇ ਜਥੇਦਾਰ ਕਮਜ਼ੋਰ ਤੇ ਛੋਟੇ ਦਾਇਰੇ ਦੇ ਹੋ ਗਏ ਆ ਆਰਥਿਕਤਾ ਤੇ, ਉਹਨਾਂ ਵਾਸਤੇ ਅਸੀਂ ਸੋਚ ਰਹੇ ਹਾਂ ਕਿ ਅਸੀਂ ਰੈਵਨਿਊ ਸਰਕਲ ਦੇ ਆਧਾਰ ਤੇ ਕੰਮ ਸ਼ੁਰੂ ਕਰੀਏ, ਕਿ ਅਸੀਂ ਆਪਣਾ ਸਰਕਲ ਪ੍ਰਧਾਨ ਪਟਵਾਰ ਸਰਕਲ ਤੇ ਕਰੀਏ, ਜ਼ਿਲ੍ਹੇ ਦਾ ਸਕੱਤਰ ਕਾਨੂੰਗੋ, ਜਨਰਲ ਸਕੱਤਰ ਤਹਿਸੀਲ ਜਾਂ ਸਬ ਤਹਿਸੀਲ ਦਾ ਢਾਂਚਾ ਅਪਣਾਈਏ, ਔਰ ਜ਼ਿਲ੍ਹਾ ਪ੍ਰਧਾਨ ਜ਼ਿਲ੍ਹੇ ਦਾ ਪ੍ਰਧਾਨ ਹੋਏ।
ਏਸੀ ਦਾਇਰੇ ਦੇ ਵਿੱਚ ਬਿਉਂਤਬੰਦੀ ਹੋਈ ਹੈ ਵਿਧਾਨ ਸਭਾ ਦੀ, ਤੇ ਉਸ ਤੋਂ ਪਹਿਲਾਂ SGPC ਸੀਟਾਂ ਦੀ ਬਿਉਂਤਬੰਦੀ ਵੀ ਰੈਵਨਿਊ ਸਰਕਲ ਦੇ ਅਧੀਨ ਹੋਈ ਹੈਗੀ ਹੈ। ਜਿਵੇਂ ਪਾਰਟੀ ਸੋ ਅਸੀਂ ਹੁਣ ਇੱਧਰ ਨੂੰ ਪੁਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਪਟਵਾਰੀ ਖੜੇ ਕਰੀਏ, ਪਟਵਾਰ ਸਰਕਲ ਦੇ ਮੁਕਾਬਲੇ ਸਰਕਲ ਪ੍ਰਧਾਨ ਖੜੇ ਕਰੀਏ, ਸਕੱਤਰ ਕਾਨੂੰਗੋ ਸਰਕਲ ਤੇ ਕਰੀਏ, ਜਨਰਲ ਸਕੱਤਰ ਤਹਿਸੀਲ ਤੇ ਸਬ ਤਹਿਸੀਲ ਪੱਧਰ ਤੇ ਜਿਵੇਂ ਖੜੀਏ। ਤੁਸੀਂ ਕਿਹਾ ਕਿ ਜੋ ਕੁਝ ਹੋਇਆ ਹੁਣ ਪਾਰਟੀ ਮੁੜ ਤੋਂ ਖੜੀ ਹੋ ਰਹੀ ਹੈ, ਜੇ ਉਹੀ ਕੁਝ ਫਿਰ ਤੋਂ ਹੋਇਆ ਫਿਰ ਪਾਰਟੀ ਦਾ ਕੀ ਹੋਵੇਗਾ? ਅਸੀਂ ਤਾਂ ਵੀ ਚੜ੍ਹਦੀ ਕਲਾ 'ਚ ਹੋਵਾਂਗੇ, ਸਾਡੇ ਕੋਲੇ ਚੋਇਸ ਕੀ ਹੈ? ਗੁਰੂ ਸਾਹਿਬ ਸਰਬੰਸ ਦਾਨ ਕਰਕੇ ਕਹਿੰਦੇ ਮੈਂ ਚੜ੍ਹਦੀ ਕਲਾ 'ਚ, ਤੇ ਜੇ ਸਾਨੂੰ ਫੇਰ ਮਾਰਤਾ ਸੀ ਉੱਠ ਕੇ ਫੇਰ ਕਹਿਣਾ ਚੜ੍ਹਦੀ ਕਲਾ, ਜੋ ਹੋਰ ਸਿੱਖੀ ਕੀ ਹੋਣਾ? spirit ਹੈ ਬਸ ਉਹ ਹੋਰ ਕੀ ਕਰ ਸਕਦੇ ਹਾਂ, ਸਾਡੇ ਕੋਲੇ ਕੋਈ ਚੋਇਸ ਨਹੀਂ। ਤਾਂ ਬਹੁਤ ਬਹੁਤ ਧੰਨਵਾਦ। ਤਾਂ ਅਰਦਾਸ ਕਰਦੇ ਹਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ। ਤਾਂ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਹੈ ਜੀ, ਜੇ ਅੱਜ ਇੱਥੇ ਸਿਰਫ ਤੇ ਸਿਰਫ ਗੱਲ ਭਗਤ ਸਿੰਘ ਜੀ ਦੀ ਹੁੰਦੀ ਹੈ ਜੋ ਨਾਸਤਿਕ ਹੈ, ਮੈਂ ਅਖੀਰ 'ਚ ਇੱਕ ਵਚਨ ਕਰਨਾ ਹੈ, ਜਿਹੜੇ ਰੱਬ ਨੂੰ ਮੰਨਦੇ ਆ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਜੀ। ਤਾਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਉਹ तमाम ਗੱਲਾਂ ਬਾਤਾਂ ਜਿਹੜੀਆਂ ਅਕਸਰ ਨਹੀਂ ਹੁੰਦੀਆਂ, ਅਕਸਰ ਤੁਹਾਨੂੰ ਸੁਣਨ ਨੂੰ ਨਹੀਂ ਮਿਲਣਗੀਆਂ, ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਾਰੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਰੇ ਅਤੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਬਾਰੇ ਇਮਾਨ ਸਿੰਘ ਮਾਨ ਜੀ ਨੇ ਕੀਤੀਆਂ ਨੇ। ਤਾਂ ਤੁਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਹੈ ਜਿਹੜੀ ਉਹ ਚੰਗੀ ਲੱਗੀ ਹੋਵੇਗੀ ਅਤੇ ਬਹੁਤ ਕੁਝ ਤੁਹਾਨੂੰ ਇਸ ਦੇ ਵਿੱਚੋਂ ਜਾਣਨ ਨੂੰ ਮਿਲਿਆ ਹੋਵੇਗਾ। ਤਾਂ ਤੁਸੀਂ ਬਣੇ ਰਹੋ ਪੰਜਾਬ KTV ਦੇ ਨਾਲ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।